ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਸ਼੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤਰੁ ਤਰਾ ਤਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਵਾਹਿਗੁਰੂ ਸਾਹਿਬ ਜੀ। ਅਸ ਆਸਾ ਧਰ ਅਸੁਰ ਬਿਨਾਸੀ, ਭਇਓ ਨਿਰੰਤਰ ਰੂਪ ਉਪਾਸੀ। ਕਾਲੂ ਨਾਮ ਜਨਮ ਜਬ ਧਾਰਾ, ਪੂਰਨ ਆਸਾ ਕੀਨ ਮੁਰਾਰਾ। ਅਸ ਆਸਾ ਧਰ ਅਸੁਰ ਬਿਨਾਸੀ, ਭਇਓ ਨਿਰੰਤਰ ਰੂਪ ਉਪਾਸੀ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਢਲਦੀ ਸ਼ਾਮ ਅਸੀਂ ਸਤਸੰਗੀ ਬਣੇ ਹਾਂ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਆਪਨੇ ਸਰੋਤ ਪਾਇਆ। ਹੁਣ ਸਮਾਂ ਜੋ ਅਸੀਂ ਲੜੀਵਾਰ ਰਚਨਾ ਗੁਰ ਪ੍ਰਤਾਪ ਸੂਰਜ ਵਿਚਾਰ ਰਹੇ ਹਾਂ, ਇਸ ਨਾਲ ਸਾਂਝ ਪਾਉਣ ਦਾ ਹੈ। ਸੋ ਤਵਾਰੀਖੀ ਤੌਰ 'ਤੇ ਇਸ ਰਚਨਾ ਦੇ ਵਿੱਚ ਕਵੀ ਸੰਤੋਖ ਸਿੰਘ ਚੂੜਾਮਣੀ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਬ੍ਰਿਤਾਂਤ ਪ੍ਰਾਰੰਭ ਕਰ ਰਹੇ ਨੇ। ਮਹਾਰਾਜ ਜੀ ਦੀ ਆਮਦ ਦੇ ਸਮੇਂ ਜਿਸ ਕਿਸਮ ਦੇ ਹਾਲਾਤ ਸੀ, ਉਹਨਾਂ ਦਾ ਬਿਆਨ ਹੋਇਆ। ਕੁਝ ਪਰਿਵਾਰਕ ਵਾਕਫੀਅਤ ਕਵੀ ਜੀ ਨੇ ਬੜੇ ਅਲੰਕ੍ਰਿਤ ਸ਼ਬਦਾਂ ਦੇ ਵਿੱਚ ਦਿੱਤੀ, ਅਤੇ ਉਹਦੇ ਵਿੱਚੋਂ ਹੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ ਸ਼ਿਵਰਾਮ, ਦਾਦੀ ਜੀ ਬਨਾਰਸੀ ਦੇਵੀ, ਉਹਨਾਂ ਦੇ ਵਿਹੜੇ ਨੂੰ, ਉਹਨਾਂ ਦੇ ਪਰਿਵਾਰ ਨੂੰ ਸਾਡੇ ਸਾਹਮਣੇ ਉਹਦੀ ਵਾਕਫੀਅਤ ਦਿੱਤੀ ਜਾ ਰਹੀ ਹੈ। ਉਸ ਗ੍ਰਹਿ ਦੇ ਵਿਖੇ ਜਦੋਂ ਬਾਬਾ ਕਾਲੂ ਜੀ, ਜੋ ਕਿ ਧੰਨ ਗੁਰੂ ਨਾਨਕ ਮਹਾਰਾਜ ਜਗਤ ਸਤਿਗੁਰੂ ਦੇ ਪਿਤਾ ਜੀ ਨੇ, ਉਹਨਾਂ ਦਾ ਜਨਮ ਹੁੰਦਾ ਹੈ। ਕਵੀ ਜੀ ਨੇ ਕੁਝ ਬਾਤ ਉੱਥੋਂ ਪ੍ਰਾਰੰਭ ਕੀਤੀ ਹੈ। ਵਾਕਫੀਅਤ ਤਵਾਰੀਖ ਦੀ ਹੈ, ਪਰ ਸਾਨੂੰ ਨਾਲ ਦੀ ਨਾਲ ਬੜੇ ਸ਼ਰਧਾ ਰੂਪ ਦੇ ਵਿੱਚ ਸਾਰੀ ਬਾਤ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਆਓ ਇਸ ਵਿਚਾਰ ਦਾ ਅਸੀਂ ਅਗਲਾ ਪੜਾਅ ਹੁਣ ਆਪਣੀ ਸੁਰਤ 'ਚ ਪਾਉਣ ਦੀ ਕੋਸ਼ਿਸ਼ ਕਰਾਂਗੇ। ਜਿਤਨੇ ਕੁ ਜੀ ਹਾਜ਼ਰੀਨ ਹੋ, ਆਪੋ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਕੁਝ ਕਹਿਣ ਦੀ ਇਜਾਜ਼ਤ ਬਖਸ਼ਦੇ ਹੋਏ ਇੱਕ ਵਾਰ ਸਭ ਪ੍ਰੇਮ ਫਤਿਹ ਬੁਲਾਉਣੀ, ਤਾਂ ਕਿ ਬਾਤ ਪ੍ਰਾਰੰਭ ਕਰ ਸਕੀਏ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਅਸ ਆਸਾ ਧਰ ਅਸੁਰ ਬਿਨਾਸੀ, ਭਇਓ ਨਿਰੰਤਰ ਰੂਪ ਉਪਾਸੀ। ਕਵੀ ਜੀ ਬਿਆਨ ਕਰਦੇ ਕਿ ਬਾਬਾ ਸ਼ਿਵਰਾਮ ਜੀ ਤੇ ਬੀਬੀ ਬਨਾਰਸੀ ਦੇਵੀ ਜੀ, ਜੋ ਮਨ ਵਿੱਚ ਅਸ ਆਸਾ ਧਰ ਅਸੁਰ ਵਿਨਾਸੀ, ਜਿਹੜੇ ਮਨ ਦੇ ਵਿੱਚ ਆਸਾਵਾਂ ਇਹ ਧਰਦੇ ਨੇ ਵੀ ਇਹ ਅਕਾਲ ਪੁਰਖ ਵਾਹਿਗੁਰੂ
ਕੁਝ ਇਹੋ ਜਿਹਾ ਪਰਿਵਾਰ ਖਾਨਦਾਨ ਸਾਡਾ ਅੱਗੇ ਚੱਲੇ ਜਿਹੜਾ ਅਸੁਰਾਂ ਦਾ ਸੰਘਾਰ ਕਰੇ, ਅਸੁਰਾਂ ਨੂੰ ਜਿਹੜਾ ਉਹਨਾਂ ਨੂੰ ਘਟਾਵੇ ਅਤੇ ਭਇਓ ਨਿਰੰਤਰ ਰੂਪ ਉਪਾਸੀ, ਇਸੇ ਰੂਪ ਦੀ ਉਪਾਸਨਾ ਕਰਦਿਆਂ ਹੋਇਆਂ ਉਹ ਆਪਣੇ ਗ੍ਰਸਥ ਜੀਵਨ ਨੂੰ ਬਤੀਤ ਕਰ ਰਹੇ ਨੇ। ਮੁਕਾਮੀ ਰੂਪ ਵਿੱਚ ਗੱਲ ਕਰਨੀ ਹੋਏ ਤੇ ਇਹ ਹੈ ਕਿ ਭਾਵੇਂ ਕਵੀ ਜੀ ਇੱਕ ਕਾਵ ਟੋਟੇ ਦੇ ਵਿੱਚ ਜਸਟ ਇੱਕ ਇਨਫੋਰਮੇਟਿਵ ਵੇ ਨਾਲ ਬਾਤ ਹੀ ਦੇ ਰਹੇ ਨੇ, ਪਰ ਕਵੀ ਜੀ ਦੇ ਬੈਕ ਆਫ ਦਾ ਮਾਈਂਡ ਵੀ ਇਹ ਚੀਜ਼ ਚੱਲ ਰਹੀ ਹੈ ਕਿ ਅਸੁਰਾਂ ਦਾ ਸੰਹਾਰ, ਕਿਉਂਕਿ ਅਸੁਰ ਕੌਣ ਨੇ? ਉਹ ਸਾਰਾ ਰਾਜਸੀ ਸਮਾਜੀ ਤੰਤਰ ਜਿਹੜਾ ਮਨੁੱਖ ਨੂੰ ਮਨੁੱਖ ਦੀ ਹੋਣੀ ਤੋਂ ਤੋੜ ਰਿਹਾ ਹੈ, ਤੇ ਵਕਤਨ ਬਾ ਵਕਤਨ ਇਹੋ ਜਿਹੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਹੁੰਦੀਆਂ ਨੇ ਜਿਹੜੀ ਮਾਨਵ ਵਿਰੋਧੀ ਪ੍ਰਵਿਰਤੀ ਦੇ ਵਿੱਚ ਸਾਨੂੰ ਪ੍ਰਗਟ ਹੁੰਦੀਆਂ, ਤੇ ਉਸ ਸਮੇਂ ਦੇ ਵਿੱਚ ਤੇ ਪੂਰੇ ਆਪਣੇ ਜ਼ੋਰ 'ਤੇ ਸੀਗਾ ਸਭ ਕੁਝ। ਸੋ ਕਵੀ ਜੀ ਉਸ ਕਿਸਮ ਦੀ ਬਾਤ ਬਿਆਨ ਕਰਦੇ ਕਿ ਬਾਬਾ ਸ਼ਿਵਰਾਮ ਜੀ ਦੀ ਸੁਰਤ 'ਚ ਵੀ ਇਹ ਬਾਤ ਹੈ, ਬੀਬੀ ਬਨਾਰਸੀ ਦੇਵੀ ਦੀ ਸੁਰਤ 'ਚ ਵੀ ਬਾਤ ਹੈ ਕਿ ਕੋਈ ਪਰਿਵਾਰ ਇਸ ਰੂਪ ਵਿੱਚ ਅੱਗੇ ਵਧੇ ਜਿਹਦੇ ਵਿੱਚੋਂ ਅਸੀਂ ਕੋਈ ਚੰਗੇਰੀ ਉਸਾਰੀ ਦੇਖੀਏ, ਤੇ ਜਿਹਦੇ ਨਾਲ ਜੋ ਸਮਾਜ ਦੇ ਵਿੱਚ ਵਾਜਬ ਸੁਧਾਰ ਚਾਹੀਦਾ, ਜੋ ਅਸੁਰਾਂ ਦਾ ਸੰਹਾਰ ਹੋ ਕੇ ਜੋ ਦੈਵੀ ਗੁਣਾਂ ਦਾ ਪ੍ਰਤਾਪ ਵਧੇ, ਇਸ ਕਿਸਮ ਦੀ ਉਪਾਸਨਾ ਕਰਦੇ ਨੇ ਜੀ। ਕਾਲੂ ਨਾਮ ਜਨਮ ਜਬ ਧਾਰਾ, ਪੂਰਨ ਆਸਾ ਕੀਨ ਮੁਰਾਰਾ। ਇੰਜ ਕਹਿ ਲਈਏ ਕਿ ਕਵੀ ਜੀ ਨੇ ਬਾਤ ਕੀਤੀ ਕਿ ਪੂਰਨ ਆਸਾ ਕੀਨ ਮੁਰਾਰਾ। ਮੁਰਾਰੀ ਇਹ ਵਾਹਿਗੁਰੂ ਦੇ ਰੱਬ ਦੇ ਬਹੁਤ ਸਾਰੇ ਨਾਵਾਂ ਵਿੱਚੋਂ ਇੱਕ ਨਾਮ ਹੈ। ਸ਼ਬਦਕੋਸ਼ ਵਿੱਚ ਦੇਖੋਗੇ ਤੇ ਉਹਦੇ 'ਚ ਕਿਹਾ ਜਾਂਦਾ ਹੈ ਮੁਰ ਨਾਂ ਦੇ ਰਾਖਸ਼ ਨੂੰ ਮਾਰਨ ਵਾਲਾ ਅਵਤਾਰ ਮੁਰਾਰੀ ਹੈ। ਗੁਰਬਾਣੀ ਦੇ ਵਿੱਚ ਵੀ ਇਹਦਾ ਬੜਾ ਜ਼ਿਕਰ ਆਉਂਦਾ ਹੈ, ਮਹਾਰਾਜ ਵਾਹਿਗੁਰੂ ਦੇ ਨਾਮ ਨੂੰ ਮੁਰਾਰੀ ਦੇ ਰੂਪ ਵਿੱਚ ਵੀ ਬਿਆਨ ਕਰਦੇ ਨੇ। ਪਰ ਇਸ ਤਰ੍ਹਾਂ ਆ, ਇਹ ਮੁਰ ਨਾਂ ਦਾ ਰਾਖਸ਼ ਕਿਤੇ ਬਾਹਰ ਅਸੀਂ ਲੱਭੀਏ ਕਿ ਬਾਹਰ ਮਾਰਨਾ ਆ, ਸਭ ਤੋਂ ਵੱਡਾ ਮੁਰ ਨਾਂ ਦਾ ਰਾਖਸ਼ ਜਿਹੜਾ ਸਾਨੂੰ ਹਰ ਵਕਤ ਚੰਬੜਿਆ ਹੋਇਆ ਹੈ, ਉਹ ਪਤਾ ਕਿਹੜਾ ਹੈ? ਹੰਕਾਰ। ਇਹੀ ਨਹੀਂ ਮਾਰਿਆ ਜਾਂਦਾ। ਹਰ ਬੰਦਾ ਹੰਕਾਰ ਦੀਆਂ ਪੌੜੀਆਂ ਚੜ੍ਹ ਕੇ ਦੂਜੇ ਨੂੰ ਨੀਵਾਂ ਤੇ ਆਪਣੇ ਆਪ ਨੂੰ ਉੱਚਾ ਬਿਆਨ ਕਰਦਾ ਹੈ। ਜਿੱਦਣ ਇਸ ਅਹੰਗ ਦੀ ਪੌੜੀ ਤੁਸੀਂ ਉਤਰੋਗੇ, ਇਸ ਨੂੰ ਉਸ ਰੂਪ ਦੇ ਵਿੱਚ ਘਟਾਓਗੇ, ਤਾਂ ਜਾ ਕੇ ਪਤਾ ਲੱਗੇਗਾ ਮਨੁੱਖ ਕੀ ਹੁੰਦਾ ਹੈ ਤੇ ਮਨੁੱਖਵਾਦੀ ਕੀ ਹੋਣਾ ਕੀ ਹੁੰਦਾ ਹੈ। ਕਵੀ ਜੀ ਬਿਆਨ ਕਰਦੇ ਕਾਲੂ ਨਾਮ ਜਨਮ ਜਬ ਧਾਰਾ, ਜਦੋਂ ਬਾਬਾ ਕਾਲੂ ਜੀ ਦਾ ਜਨਮ ਹੁੰਦਾ ਹੈ ਸ਼ਿਵਰਾਮ ਜੀ ਦੇ ਬੀਬੀ ਬਨਾਰਸੀ ਜੀ ਦੇ ਗ੍ਰਹਿ ਵਿਖੇ, ਇੰਜ ਜਾਣੋ ਪੂਰਨ ਆਸਾ ਕੀਨ ਮੁਰਾਰਾ, ਵਾਹਿਗੁਰੂ ਨੇ ਉਹਨਾਂ ਦੀ ਜੋ ਆਸ ਸੀਗੀ ਉਸ ਨੂੰ ਫਲ ਲਾ ਦਿੱਤੇ, ਉਹ ਪੂਰੀ ਕਰ ਦਿੱਤੀ ਜੀ। ਸੁਤ ਕਾਲੂ ਪਿਖ ਪਿਤ ਸ਼ਿਵ ਰਾਮੂ, ਪ੍ਰਾਨ ਗਹਿਨ ਕੇ ਕੀਰਤ ਧਾਮੂ। ਪਿਤਾ ਸ਼ਿਵਰਾਮ ਨੇ ਆਪਣੇ ਪੁੱਤਰ ਕਾਲੂ ਦਾ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ। ਪਾਨ ਗ੍ਰਹਿਣ ਕੀ ਕੀਰਤ ਧਾਮੂ, ਮਤਲਬ ਉਹਨਾਂ ਦੇ ਗ੍ਰਸਥ ਜੀਵਨ ਨੂੰ ਇੱਕ ਚੰਗੇਰੇ ਘਰ ਦੇ ਵਿੱਚ, ਉਸ ਰੂਪ ਦੇ ਵਿੱਚ ਮਤਲਬ ਵਿਆਹ ਆ ਉਹਨਾਂ ਦਾ ਗ੍ਰਸਥ ਜੀਵਨ ਇੱਥੋਂ ਪ੍ਰਾਰੰਭ ਕੀਤਾ। ਕਵੀ ਜੀ ਨੇ ਬੜੇ ਨਟ ਸ਼ਲ ਦੇ ਵਿੱਚ ਬੜੇ ਟੂਕ ਮਾਤਰ ਲਫ਼ਜ਼ਾਂ 'ਚ ਇਹਦੀ ਬਾਤ ਕੀਤੀ। ਅਗਲੀ ਪੰਕਤੀ ਨੂੰ ਪੜ੍ਹ ਕੇ ਮੈਂ ਇਹਦੇ ਉੱਤੇ ਫਿਰ ਥੋੜੀ ਬਾਤ ਕਰਦਾ ਹਾਂ ਜੀ। ਤੇ ਪਤੀ ਵਰਤਾ ਗੁਣ ਨਿਧ ਸੋ, ਤੇ ਸੁਸ਼ੀਲਤਾ ਕਹਿ ਸਕ ਕੋ। ਜੋ ਉਸ ਘਰ ਤੋਂ ਵਿਆਹ ਕੇ ਇਸ ਘਰ ਦੇ ਵਿੱਚ ਕਹਿ ਲਓ ਕਿ ਇਸਤਰੀ ਆਈ ਹੈ, ਉਹ ਬੜੀ ਹੀ ਪਤੀਵ੍ਰਤਾ ਤੇ ਗੁਣਾਂ ਦਾ ਖਜ਼ਾਨਾ ਹੈ। ਉਸ ਦੀ ਸੁਸ਼ੀਲਤਾ ਬਾਰੇ ਕੋਈ ਵੀ ਕੁਝ ਕਹਿ ਨਹੀਂ ਸਕਦਾ। ਉਹ ਅਤ ਸੁਸ਼ੀਲ ਅਤੇ ਸੁਗੜ ਹੈ। ਕਿਆ ਤੀ ਪਤੀਵ੍ਰਤਾ ਗੁਣ ਨਿਧ ਸੋਊ, ਉਹ ਬੜੀ ਪ੍ਰਤੀਵ੍ਰਤਾ ਤੇ ਗੁਣਾਂ ਦਾ ਖਜ਼ਾਨਾ ਹੀ ਹੈ। ਤੇ ਸੁਸ਼ੀਲਤਾ ਕਹਿ ਸਕ ਕੋ, ਉਹਦੀ ਸੁਸ਼ੀਲਤਾ ਬਾਰੇ ਕੋਈ ਕਿਵੇਂ ਬਿਆਨ ਕਰ ਸਕਦਾ ਹੈ? ਇਹ ਹੁਣ ਕਵੀ ਜੀ ਨੇ ਇਸ ਰਚਨਾ ਵਿੱਚ ਇੰਟਰੋਡਿਊਸ ਕੀਤਾ ਹੈ ਜਗਤ ਮਾਤਾ ਤ੍ਰਿਪਤਾ ਜੀ ਨੂੰ। ਸੋ ਉਹ ਜਿਹੜੇ ਮਤਲਬ ਚੰਗੜਾਂ ਦੇ ਪਰਿਵਾਰ ਦੇ ਵਿੱਚੋਂ ਬਾਬਾ ਰਾਮਾ ਜੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਸ ਬੱਚੀ ਨੇ ਇਸ ਬੇਦੀਆਂ ਦੇ ਘਰ ਵਿਆਹ ਕੇ ਆਉਣਾ ਕੀਤਾ, ਹੁਣ ਉਹਦੀ ਇੱਥੇ ਇੱਕ ਰੂਪ ਦੇ ਵਿੱਚ ਇੰਟਰੋਡਕਸ਼ਨ ਹੋਈ ਹੈ ਉਸ ਰੂਪ ਦੇ ਅੰਦਰ। ਇਸ ਬਾਬਤ ਅੱਗੇ ਵੀ ਥੋੜੀ ਬਾਤ ਕਰਾਂਗੇ, ਪਰ ਨਾ ਮਾਤਰੀ ਬਿਆਨ ਕਰਾਂਗੇ। ਦੇਖੋ ਕੁਦਰਤ ਕਿਵੇਂ ਸਭ ਚੀਜ਼ਾਂ ਦੇ ਰਵਣ ਨੂੰ ਲੈ ਕੇ ਆਉਂਦੀ ਹੈ। ਧੰਨ ਗੁਰੂ ਨਾਨਕ ਮਹਾਰਾਜ ਦੇ ਪਿਤਾ ਦਾ ਨਾਮ ਹੈ ਕਲਿਆਣ ਦਾਸ, ਮਾਂ ਦਾ ਨਾਮ ਹੈ ਤ੍ਰਿਪਤਾ ਦੇਵੀ। ਦੋਨੋਂ ਹੀ ਗੁਣ ਮਨੁੱਖਤਾ ਨੂੰ ਸੰਪੂਰਨ ਕਰਦੇ ਨੇ। ਮਨੁੱਖ ਇਸ ਦੁਨੀਆ ਦੇ ਵਿੱਚ ਤ੍ਰਿਪਤੀ ਲੱਭ ਰਿਹਾ ਵੀ ਮੈਂ ਕੰਟੈਂਟ ਹੋ ਜਾ, ਭਰ ਜਾਵਾਂ, ਤੇ ਮਰਨ ਤੋਂ ਉਪਰੰਤ ਬੰਦਾ ਮੁਕਤੀ ਲੱਭ ਰਿਹਾ, ਕਲਿਆਣ ਹੋ ਜਾਏ। ਜਿਸ ਨੇ ਕਲਿਆਣ ਦੇਣਾ, ਜਿਸ ਨੇ ਸਾਨੂੰ ਤ੍ਰਿਪਤ ਕਰਨਾ ਹੈ, ਉਹ ਵਿਹੜਾ ਬਣ ਗਿਆ, ਉਹ ਘਰ ਵੱਜ ਗਿਆ।
ਉਸ ਘਰ ਦੇ ਵਿੱਚੋਂ ਹੀ ਨਾਨਕ ਉਹ ਹਸਤੀ ਜਿਹੜੀ ਨਾਨਕ ਦੇ ਰੂਪ ਦੇ ਵਿੱਚ ਆਮਦ ਲਏਗੀ ਤੇ ਜੋ ਜਗਤ ਸਤਿਗੁਰੂ ਹੋਏਗਾ। ਕਵੀ ਜੀ ਨੇ ਉਹਨਾਂ ਨੂੰ ਬੜੇ ਹੀ ਸਰਲ ਸਿੱਧੇ ਲਫ਼ਜ਼ਾਂ ਦੇ ਵਿੱਚ ਇੰਟਰੋਡਿਊਸ ਕੀਤਾ ਕਿ ਬਾਬਾ ਕਾਲੂ ਜੀ ਦਾ ਗ੍ਰਸਥ ਜੀਵਨ ਪ੍ਰਾਰੰਭ ਹੋਇਆ, ਜੋ ਗ੍ਰਹਿ ਵਿਖੇ ਬੀਬੀ ਆਈ ਵਿਆਹ ਕੇ, ਇਹਦੇ ਬਾਰੇ ਅੱਗੇ ਹੋਰ ਬਾਤ ਕਰਾਂਗਾ, ਪਰ ਇਹ ਚਾਹਲ ਪਿੰਡ ਪੈਂਦਾ ਆ, ਲਾਹੌਰ ਤੋਂ ਥੋੜ੍ਹੀ ਜਿਹੀ ਦੂਰ ਆ। ਜਿਹੜੇ ਲੋਕ ਪਾਕਿਸਤਾਨ ਦੇ ਗੁਰਧਾਮ ਵਗੈਰਾ ਦੀ ਯਾਤਰਾ 'ਤੇ ਜਾਂਦੇ, ਉਹ ਕੁਝ ਵੇਖ ਕੇ ਆਏ ਸੱਜਣ, ਉਹਨਾਂ ਨੇ ਆ ਕੇ ਮੈਨੂੰ ਦੱਸਿਆ ਵੀ ਉੱਥੇ ਹੁਣ ਗੁਰਦੁਆਰਾ ਬਣਾਉਣ ਦੀ ਗੱਲ ਵੀ ਹੋ ਰਹੀ ਹੈ ਬੇਬੇ ਨਾਨਕੀ ਜੀ ਦਾ, ਜਿੱਥੇ ਖਾਸ ਕਰਕੇ ਗੁਰੂ ਨਾਨਕ ਸਾਹਿਬ ਦਾ ਨਾਨਕਾ ਘਰ ਸੀਗਾ, ਰਾਮੇ ਚੰਗੜ ਹੋਰਾਂ ਦਾ ਘਰ ਸੀਗਾ। ਸੋ ਉਹ ਸਾਰੀ ਜਿਹੜੀ ਆ ਉਹ ਬਾਤ ਹੁਣ ਚੱਲ ਰਹੀ ਹੈ ਆਕਾਸ਼ ਬੋਰਡ ਦੇ ਵਿੱਚ ਉੱਥੇ ਵੀ। ਸੋ ਇਹ ਪਿੰਡ ਲਾਹੌਰ ਤੋਂ ਥੋੜ੍ਹੀ ਦੂਰ ਪੈਂਦਾ ਹੈ। ਇੱਥੋਂ ਦਾ ਪਰਿਵਾਰ ਉੱਥੇ ਜਨਮ ਲਿਆ। ਮਾਂ ਤ੍ਰਿਪਤੀ ਦੇਵੀ ਨੇ ਜੋ ਜਗਤ ਮਾਤਾ ਬਣੇ, ਉਹਨਾਂ ਦਾ ਬਾਬਾ ਕਾਲੂ ਜੀ ਨਾਲ ਵਿਆਹ ਹੋਇਆ ਤੇ ਉੱਥੋਂ ਫਿਰ ਗ੍ਰਸਥ ਜੀਵਨ ਇਹਨਾਂ ਦਾ ਅੱਗੇ ਤੁਰਿਆ ਜੀ। ਸਾਧਵੀ ਪਾਏ ਕਾਲ ਬਹੁ ਕਾਲੂ, ਕੀਏ ਵਰਤ ਤਪ ਕਠਨ ਵਿਸਾਲੂ। ਕਵੀ ਜੀ ਬਿਆਨ ਕਰਦੇ ਕਿ ਉਸ ਸ੍ਰੇਸ਼ਟ ਇਸਤਰੀ ਨੇ ਬਹੁਤ ਕਾਫੀ ਸਮਾਂ ਜਪ ਤਪ ਕੀਤਾ ਤੇ ਇਸ ਤਰ੍ਹਾਂ ਬੜੀ ਹੀ ਇਸਤਰੀ ਬ੍ਰਤਾ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਉਸਨੇ ਇਸ ਪਰਿਵਾਰ ਦੇ ਵਿੱਚ ਆਪਣਾ ਰਹਿਣਾ ਕੀਤਾ। ਇਸ ਤਰ੍ਹਾਂ ਜਾਣੋ, ਜੇ ਆਪਾਂ ਹਿਸਟੋਰੀਕਲੀ ਚੀਜ਼ਾਂ ਨੂੰ ਦੇਖੀਏ ਤੇ ਫਿਰ ਉਹਨਾਂ ਦੀ ਕੈਲਕੂਲੇਸ਼ਨ ਕਰੀਏ ਸਹੀ ਰੂਪ ਦੇ ਵਿੱਚ, ਬਾਬਾ ਸ਼ਿਵਰਾਮ, ਬੀਬੀ ਬਨਾਰਸੀ ਦੇਵੀ, ਉਹਨਾਂ ਦਾ ਵੱਡਾ ਪੁੱਤ ਵਿਆਹਿਆ ਜਾਂਦਾ ਬਾਬਾ ਕਾਲੂ, ਜੋ ਵਿਆਹ ਕੇ ਘਰੇ ਨਵੀਂ ਨੂੰਹ ਆਉਂਦੀ ਤ੍ਰਿਪਤਾ ਦੇਵੀ। ਘਰਾਂ ਦਾ ਮਾਹੌਲ ਹੀ ਘਰਾਂ ਨੂੰ ਸੁੱਖ ਜਾਂ ਘਰਾਂ ਨੂੰ ਦੁੱਖ ਪਹੁੰਚਾਉਂਦਾ ਹੈ, ਤੇ ਮਾਹੌਲ ਦੇ ਵਿੱਚ ਸਭ ਤੋਂ ਵੱਡਾ ਰੋਲ ਘਰ ਦੀ ਸਵਾਣੀ ਦਾ ਹੁੰਦਾ। ਸਵਾਣੀ ਦੇ ਵਿੱਚ ਵੀ ਘਰ ਦੇ ਚੌਂਕੇ ਦਾ ਰੋਲ ਹੈ। ਮਤਲਬ ਮੈਂ ਇੱਥੇ ਵਰਿਆਂ ਦੇ ਵਰੇ ਹੋ ਗਏ ਮੈਂਟਲ ਹੈਲਥ 'ਚ ਕੰਮ ਕਰਦੇ ਆ, ਮੇਰੇ ਕੋਲ ਐਸੇ ਕੇਸ ਆਉਂਦੇ ਕਿ ਮਤਲਬ ਬੰਦਾ ਸੋਚਦਾ, ਜਿਹੜੇ ਮੇਨ ਸਟਰੀਮ ਦੇ ਲੋਕ ਨੇ ਕਈ ਵਾਰੀ ਉਹ ਵਿਚਾਰੇ ਵੱਡੇ ਸਾਈਕੋਲੋਜਿਸਟ, ਸਾਈਕੈਟਰਿਸਟ, they are not able to find out sometime actually any reason behind someone's mental health, and they are thinking we have no idea ਕਿ ਕਿੱਥੋਂ ਇਹ ਚੀਜ਼ ਆ ਰਹੀ ਹੈ। ਮੇਰੇ ਕੋਲ ਇੱਥੇ ਕੇਸ ਆਇਆ ਤੇ ਉਹ ਬੜੀ ਬੱਚੀ ਪੜ੍ਹੀ ਲਿਖੀ, ਪ੍ਰੋਫੈਸ਼ਨਲ, ਬਹੁਤ ਉਮਦਾ ਢੰਗ ਨਾਲ ਆਪਣਾ ਜਿਹੜਾ ਹੈਗਾ ਕੈਰੀਅਰ ਵੀ ਚਲਾ ਰਹੀ ਹੈ, ਮੈਰਿਜ ਹੋ ਗਈ, ਫੈਮਿਲੀ ਲਾਈਫ ਵੀ ਠੀਕ ਚੱਲ ਰਹੀ ਹੈ। ਸਮਹਾਓ ਅਕਸਮਾਤ ਇੱਕਦਮ ਬਿਲਕੁਲ ਅਪਸਾਈਡ ਡਾਊਨ, ਟੋਟਲੀ ਜਿਹੜਾ ਆ ਉਹਦੀ ਮੈਂਟਲ ਹੈਲਥ ਜਿਹੜੀ ਹੈ ਜਾਂਦੀ ਲੱਗੇ। ਉਹ ਬਸ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਉਹਨੂੰ ਐਨਗਜ਼ਾਇਟੀ ਦੇ ਐਪੀਸੋਡ ਆਉਣੇ ਸ਼ੁਰੂ ਹੋ ਗਏ ਤੇ ਉਹ ਹੱਥ ਪੈਰ ਕੰਬਣ ਲੱਗ ਗਏ ਤੇ ਹਾਲਤ ਪਿੱਛੇ ਫੈਮਿਲੀ 'ਚ ਕੋਈ ਬੈਕਗਰਾਊਂਡ ਨਹੀਂ ਐਵੇਂ ਦਾ, ਕਿਉਂਕਿ ਓਵਰਨਾਈਟ ਇੱਕਦਮ ਐਵੇਂ ਚੀਜ਼ਾਂ ਨਹੀਂ ਵਿਗੜਦੀਆਂ। ਆਈਦਰ ਜਾਂ ਤੇ ਕੋਈ ਜੈਨੇਟਿਕਲੀ ਪਿੱਛੋਂ ਕੋਈ ਰੀਜ਼ਨ ਆ ਰਿਹਾ ਸੀਗਾ, ਕੋਈ ਪਿੱਛੋਂ ਉਹ ਇੱਕਦਮ ਕੋਈ ਮਾਹੌਲ ਬਣਿਆ, ਉਹਦੇ ਵਿੱਚ ਉਹ ਚੀਜ਼ ਜਿਹੜੀ ਹੈ ਉਸ ਰੂਪ ਵਿੱਚ ਉਜਾਗਰ ਹੋ ਗਈ। ਅਦਰਵਾਈਜ਼ ਐਵੇਂ ਕਿਵੇਂ ਹੋ ਸਕਦਾ। ਖੈਰ ਕਰਦਿਆਂ ਕਰਾਉਂਦਿਆਂ ਡਾਕਟਰਸ ਨੇ ਕਾਫੀ ਉਹਨੂੰ ਇੰਟਰਵਿਊ ਕਰਕੇ ਸਕਰੀਨਿੰਗ ਕਰਨ ਦੀ ਕੋਸ਼ਿਸ਼ ਕੀਤੀ, ਦੇ ਕੁਡਨਟ ਫਾਈਂਡ ਆਊਟ ਐਨੀਥਿੰਗ। 2-3 ਵੱਖਰੇ ਕਾਉਂਸਲਰਸ ਨਾਲ ਇਨਵੋਲਵਮੈਂਟ ਰਹੀ, ਕੋਈ ਬਾਤ ਨਹੀਂ ਹੋਈ। ਅਖੀਰ ਕਿਸੇ ਨੇ ਮੇਰੇ ਬਾਰੇ ਸੁਜੈਸ਼ਨ ਕੀਤਾ ਵੀ ਭਾਈ ਸਾਹਿਬ ਨੂੰ ਮਿਲ ਕੇ ਦੇਖੋ। ਸੋ ਵੀ ਐਕਚੁਅਲੀ ਯੂ ਕੈਨ ਸੇ ਹੈਵ ਏ ਸੀਟਿੰਗ। ਉਸ ਵਕਤ ਹੀ ਜਿਹੜੀ ਹੈਗੀ ਹੈ ਅਸੀਂ ਇੱਕ ਸੀਟਿੰਗ ਵਿੱਚ ਬੈਠੇ ਤੇ ਗੱਲਾਂ ਬਾਤਾਂ ਕੀਤੀਆਂ। ਮੈਂ ਪੁੱਛਣ ਲੱਗ ਗਿਆ ਕਿਵੇਂ ਪਰਿਵਾਰ ਸੀਗਾ, ਕਿਵੇਂ ਵਿਆਹ ਕਦੋਂ ਹੋਇਆ, ਇਨ ਜਨਰਲ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ। ਖੈਰ ਜੋ ਕੁਝ ਉਹ ਦੱਸ ਰਹੀ, ਐਵਰੀਥਿੰਗ ਇਜ਼ ਵੈਰੀ ਫਾਈਨ, ਪਰਫੈਕਟ। ਇੰਝ ਲੱਗਦਾ ਆਈਡੀਅਲ ਫੈਮਿਲੀ ਹੈ, ਜਿੱਥੋਂ ਆਈ ਹੈ ਉਹ ਵੀ, ਜਿੱਥੇ ਵਿਆਹੀ ਹੈ ਉਹ ਵੀ, ਮਤਲਬ ਉਸ ਰੂਪ ਦੇ ਵਿੱਚ। ਠੀਕ ਹੈ ਜੀ। ਕਰਦਿਆਂ ਅਖੀਰ ਡਿਗ ਡਾਊਨ ਕਰਦਿਆਂ ਤੇ ਮੈਂ ਕਿਹਾ ਕੋਈ ਚੀਜ਼ ਤੈਨੂੰ ਕਿਤੇ ਬਗ ਕਰਦੀ ਹੋਏ। ਕਹਿੰਦੀ ਵੀ ਮੈਨੂੰ ਤਾਂ ਪਤਾ ਨਹੀਂ, ਕਹਿੰਦੀ ਹੁਣ ਤਾਂ ਹਰ ਚੀਜ਼ ਹੀ ਬਗ ਕਰਦੀ ਹੈ, ਪਰ ਹੁਣ ਤੋਂ ਪਹਿਲਾਂ ਸਭ ਕੁਝ ਹੀ ਠੀਕ ਲੱਗਦਾ ਸੀਗਾ ਇਸ ਤਰੀਕੇ ਨਾਲ। ਹਾਂ ਕਿਤੇ ਮੈਨੂੰ ਇੱਕ ਚੀਜ਼ ਕਈ ਵਾਰੀ ਬੜੀ ਮਤਲਬ ਔਕਵਰਡ ਲੱਗਦੀ ਸੀ, ਕਿ ਬੜੀ ਤੰਗ ਕਰਦੀ ਸੀ। ਉਹ ਕੀ ਸੀ ਜੀ? ਉਹ ਇਹ ਸੀਗਾ ਕਿ ਸਪੋਜ਼ ਕਰੋ ਮੈਂ ਕੋਈ ਕੰਮ ਕੀਤਾ ਕਿਚਨ ਦੇ ਵਿੱਚ ਨਾ ਮੈਂ ਚੱਕ ਕੇ ਆਪਣਾ ਜਿਹੜਾ ਆ ਕਿਤੇ ਦੁੱਧ ਹੀ ਗਰਮ ਕੀਤਾ ਤੇ ਦੁੱਧ ਗਰਮ ਕਰਕੇ ਜੱਗ ਜਿਹੜਾ ਆ ਉਹ ਫਰਿੱਜ 'ਚ ਰੱਖ ਦਿੱਤਾ। ਮੈਂ ਰੱਖ ਕੇ ਪਿੱਛੇ ਹਟਣਾ ਤੇ ਮੇਰੀ ਮਦਰ ਨੇ ਲਾ ਕੇ ਆ ਕੇ ਦੇਖ ਕੇ ਫਰਿੱਜ ਖੋਲ੍ਹ ਕੇ ਉਹਦੇ ਜਿਵੇਂ ਜੱਗ ਮੈਂ ਰੱਖਿਆ ਤੋਂ ਮਾੜਾ ਟੇਢਾ ਕਰਕੇ ਉਹਨੇ ਰੱਖ ਕੇ ਫਿਰ ਫਰਿੱਜ ਬੰਦ ਕਰ ਦੇਣੀ। ਇਹ ਮੈਨੂੰ ਬੜਾ ਔਕਵਰਡ ਲੱਗਦਾ ਸੀਗਾ। ਨਾਓ ਆਈ ਗॉट ਦਾ ਆਈਡੀਆ। ਐਕਚੁਅਲੀ ਹੋਇਆ ਕੀ ਹੁਣ ਇੱਥੋਂ ਦੇਖੋ ਤੁਸੀਂ, ਇਸ ਤਰੀਕੇ ਨਾਲ ਬਾਤ ਆ, ਇਹਨੂੰ ਅਸੀਂ ਕਹਿੰਦੇ ਸਾਇਲੈਂਟ ਟਰੀਟਮੈਂਟ। ਇਹ ਬੋਲਣ ਦੀ ਲੋੜ ਨਹੀਂ, ਕਹਿਣ ਦੀ ਲੋੜ ਨਹੀਂ ਕੁਛ ਵੀ। ਲਫ਼ਜ਼ ਜਿਹੜੇ ਹੁੰਦੇ ਨੇ, ਅਲਫਾਜ਼, ਇਹ ਹਮੇਸ਼ਾ
ਤੁਹਾਡੇ ਕੇਸ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਫਿਰ ਧਿਆਨ ਨਾਲ ਸੁਣਿਓ ਜੇ, ਕਿਸੇ ਦਿਨ ਬਾਅਦ ਡਿਟੇਲ 'ਚ ਕਰਾਂਗਾ, ਨਾ ਮਾਤਰ ਹੀ ਬਾਤ ਕਰ ਦੇਣਾ। ਸਾਡਾ ਜਿਹੜਾ ਟੋਟਲ ਕਮਿਊਨੀਕੇਸ਼ਨ ਆ, ਇਹਦੇ ਵਿੱਚ ਜਿਹੜੇ ਵਰਡਸ ਨੇ, ਵਰਬਲ ਕਮਿਊਨੀਕੇਸ਼ਨ ਆ, ਇਟ ਓਨਲੀ ਪਲੇਜ਼ 25% ਰੋਲ। 25% ਰੋਲ ਸਾਡੇ ਵਰਬਲ ਵੇ ਨਾਲ ਕਮਿਊਨੀਕੇਸ਼ਨ ਦਾ ਹੁੰਦਾ ਹੈ। ਬਾਕੀ ਤੁਸੀਂ ਕਹੋਗੇ 75% ਇਹ ਕਮਿਊਨੀਕੇਸ਼ਨ ਨੌਨ ਵਰਬਲ ਹੁੰਦਾ ਹੈ, ਹਰ ਗੱਲ 'ਚ, ਹਰ ਸਮੇਂ ਵਿੱਚ। ਇੰਝ ਲੱਗ ਰਿਹਾ ਹੈ ਮੈਂ ਤੁਹਾਡੇ ਸਾਹਮਣੇ ਜਿਹੜੀ ਹੈ ਗੁਰਬਾਣੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਤਿਹਾਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ, ਤੁਸੀਂ ਸੁਣ ਰਹੇ ਹੋ। ਤੁਹਾਡਾ ਤੇ ਮੇਰਾ ਵਾਸਤਾ ਲਫ਼ਜ਼ਾਂ ਦਾ ਆ, ਲਫ਼ਜ਼ਾਂ ਦਾ ਵਾਸਤਾ ਸਿਰਫ 25% ਹੈ। 75% ਜਿਹੜਾ ਸਾਡਾ ਕਮਿਊਨੀਕੇਸ਼ਨ ਹੈ ਮੇਰੇ ਤੁਹਾਡੇ ਵਿੱਚ, ਉਹ ਵੀ ਨੌਨ ਵਰਬਲ ਹੈ। ਉਹਦੇ 'ਚ ਮੇਰੀ ਬਾਡੀ ਲੈਂਗੁਏਜ ਆ, ਤੁਹਾਡੀ ਬਾਡੀ ਲੈਂਗੁਏਜ ਆ, ਮੇਰੇ ਤੇ ਤੁਹਾਡੇ ਦਰਮਿਆਨ ਮੇਰੀ ਟੋਨ ਆ, ਤੁਹਾਡਾ ਉਹਨੂੰ ਪਰਸੀਵ ਕਰਨ ਦਾ ਲਹਿਜਾ, ਜਿਹੜੀ ਇੰਟਿਊਸ਼ਨ ਆ, ਐਵਰੀਥਿੰਗ ਗੋਨਾ ਬੀ ਕਾਊਂਟ ਇਨ ਦੈਟ। ਇਹ 75% ਆ। ਜਿਹੜਾ ਨੌਨ ਵਰਬਲ ਟਰੀਟਮੈਂਟ ਹੁੰਦਾ ਹੈ, ਸਭ ਤੋਂ ਖਤਰਨਾਕ ਟਰੀਟਮੈਂਟ ਹੁੰਦਾ। ਮਤਲਬ ਬੰਦੇ ਨੂੰ ਮੂੰਹ ਨਾਲ ਕਹਿਣਾ, ਉਹ ਤੇ ਹੋਏਗਾ ਕਿ ਉਹ ਤੇ ਕਿਹਾ ਤੇ ਉਹਦਾ ਕੋਈ ਜਵਾਬ ਮਿਲੇਗਾ। ਜਿਹੜਾ ਨੌਨ ਵਰਬਲ ਵੇ ਨਾਲ ਕਿਸੇ ਨੂੰ ਟਰੀਟਮੈਂਟ ਦੇਣਾ ਆ, ਉਹ ਤੇ ਉਹਨੂੰ ਪਤਾ ਵੀ ਉਹਨੂੰ ਵੀ ਮੈਂ ਉਹਨੂੰ ਬੈਕ ਉਹਨੂੰ ਜਿਹੜਾ ਇੱਕ ਰਿਸਪੌਂਡ ਕਿਵੇਂ ਕਰਨਾ ਆ। ਉਹ ਸਾਲਾਂ ਦੇ ਸਾਲ ਚੱਲਦਾ ਗਿਆ, ਉਹ ਔਕਵਰਡ ਟਰੀਟਮੈਂਟ ਜਿਹੜਾ ਸੀਗਾ, ਉਹਨੂੰ ਐਕਚੁਅਲ ਲੈਵਲ ਤੇ ਇੱਕ ਜਗ੍ਹਾ ਤੇ ਜਾ ਕੇ ਮਹਿਸੂਸ ਹੋਇਆ ਵੀ ਯੂ ਨੋ ਆਈ ਐਮ ਨੋਟ ਗੋਨਾ ਫਿਟ ਇਨ ਹੇਅਰ। ਮੇਰੀ ਕੋਈ ਵੀ ਚੀਜ਼ ਜਿਹੜੀ ਹੈ ਇਹ ਇੱਥੇ ਵਾਜਬ ਨਹੀਂ ਹੋ ਸਕਣੀ, ਕਿਉਂਕਿ ਮੈਨੂੰ ਤੇ ਐਕਸੈਪਟ ਹੀ ਨਹੀਂ ਕੀਤਾ ਜਾ ਰਿਹਾ ਆਹ ਚੀਜ਼ਾਂ ਦੇ। ਇੱਥੋਂ ਸਾਰੀ ਪਰਿਵਾਰਾਂ 'ਚ ਬੱਚਿਆਂ ਦੀ ਕੰਡੀਸ਼ਨ ਐਵੇਂ ਥੋੜ੍ਹਾ ਵਿਗੜ ਜਾਂਦੀ ਹੈ। ਬੱਚਿਆਂ ਬਾਰੇ ਅਸੀਂ ਇੰਨੀਆਂ ਸੁੱਖਾਂ ਸੁੱਖਦੇ ਹਾਂ, ਅਸੀਂ ਚਾਵਾਂ ਮਲਹਾਰਾਂ ਨਾਲ ਲੈਂਦੇ ਹਾਂ, ਉਹਨਾਂ ਦੇ ਸਾਹਾਂ 'ਚ ਸਾਹ ਲੈਂਦੇ ਹਾਂ, ਉਹਨਾਂ ਬਾਰੇ ਦਿਨ ਰਾਤ ਅਰਦਾਸਾਂ ਕਰਦੇ ਹਾਂ। ਅਤੇ ਫਿਰ ਦੇਖੋ ਤੁਸੀਂ 90% ਹਾਲਤ ਪਰਿਵਾਰਾਂ ਦੀ ਇਹ ਹੈ, ਜੋ ਤੁਸੀਂ ਸੁਪਨੇ ਬੱਚਿਆਂ ਬਾਰੇ ਸਜਾਏ ਨੇ, ਬੱਚੇ ਸਾਰੇ ਸੁਪਨੇ ਚੁੱਕ ਕੇ ਕਿੱਲੀ 'ਤੇ ਟੰਗ ਕੇ ਕਹਿੰਦੇ ਨੇ ਆਪਾਂ ਹੋਰ ਕੋਈ ਵੀ ਚੀਜ਼ ਲਿਵ ਕਰ ਲਾਂਗੇ, ਬਟ ਵੀ ਆਰ ਨੋਟ ਗੋਨਾ ਲਿਵ ਯੂਰ ਡਰੀਮ ਐਟ ਆਲ। ਇਹ ਕੀ ਬਣਿਆ ਹੈ? ਇਹਦਾ ਮਾਇਨਾ ਕੋਈ এনवायरमेंट, ਕੁਝ ਮਾਹੌਲ ਇਹੋ ਜਿਹਾ, ਉਸ ਮਾਹੌਲ ਵਿੱਚੋਂ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਸਾਰੇ ਦੀਆਂ ਸਾਰੀਆਂ। ਇਹਦੇ ਅੰਦਰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ, ਜਿਹਨੂੰ ਅਸੀਂ ਇੱਕ ਤਰੀਕੇ ਦੀ ਕਹਿੰਦੇ ਆ ਕਿ ਇਹ ਟ੍ਰਾਂਜੀਸ਼ਨ ਹੁੰਦੀ ਹੈ, ਜਿਹੜੀ ਇਹ ਟ੍ਰਾਂਜੀਸ਼ਨ ਦਾ ਪ੍ਰੋਸੈਸ ਆ, ਇਹ ਜੇ ਡਿਵਾਈਨ ਹੋਏਗਾ, ਰੱਬ ਦੇ ਭੈ ਵਿੱਚ ਹੋਏਗਾ, ਵਾਹਿਗੁਰੂ ਦੇ ਅਹਿਸਾਸ ਵਿੱਚ ਹੋਏਗਾ, ਬਿਲਕੁਲ ਹਿਊਮਨਟੇਰੀਅਰ ਵੈਲਿਊਜ਼ ਦੇ ਨਾਲ ਹੋਏਗਾ, ਕਿਉਂ ਨਹੀਂ ਚੀਜ਼ਾਂ ਅੱਗੇ ਪਰਸੀਵ ਹੋਣਗੀਆਂ, ਕਿਉਂ ਨਹੀਂ ਚੀਜ਼ਾਂ ਅੱਗੇ ਜਾਣਗੀਆਂ। ਹੁਣ ਇੱਥੋਂ ਮਸਾਇਲ ਜਿਹੜੇ ਸਾਰੇ ਦੇ ਸਾਰੇ ਖੜੇ ਹੁੰਦੇ ਨੇ। ਇਸ ਘਰ ਦੇ ਵਿੱਚ ਬੀਬੀ ਬਨਾਰਸੀ ਦੇਵੀ ਹੈ, ਜੋ ਸੱਸ ਦੇ ਰੋਲ ਵਿੱਚ ਆ ਰਹੀ ਹੈ। ਉਸ ਘਰ ਦੇ ਵਿੱਚ ਮਾਤਾ ਤ੍ਰਿਪਤਾ ਇੱਕ ਨਵੀਂ ਨੂੰਹ ਦੇ ਰੂਪ ਵਿੱਚ, ਉਸ ਰੂਪ ਵਿੱਚ ਰੋਲ 'ਚ ਆ ਰਹੀ ਹੈ। ਇੱਥੋਂ ਘਰ ਦਾ ਮਾਹੌਲ ਵੱਜ ਰਿਹਾ ਹੁਣ। ਇਸ ਵਿਹੜੇ ਦੇ ਵਿੱਚ ਬੇਬੇ ਨਾਨਕੀ ਨੇ ਆ ਕੇ ਖੇਡਣਾ, ਇਸ ਵਿਹੜੇ ਦੇ ਵਿੱਚ ਧੰਨ ਗੁਰੂ ਨਾਨਕ ਜਗਤ ਗੁਰੂ ਨੇ ਆ ਕੇ ਖੇਡਣਾ। ਇਸ ਵਿਹੜੇ ਦੇ ਵਿੱਚੋਂ ਉਸ ਧਰਤੀ ਦੇ ਉੱਤੇ, ਜਿਹਨੂੰ ਕਦੀ ਉਲਾਮਾ ਇਕਬਾਲ ਨੇ ਕਿਹਾ ਸੀਗਾ ਕਿ ਫਿਰ ਉੱਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਇਸ ਮਰਦੇ ਕਾਮਲ ਦੀ ਆਮਦ ਹੋ ਰਹੀ ਹੈ ਇੱਥੇ ਹੁਣ। ਇੱਕ ਕਾਮਲ ਮਰਦ ਜਿਸ ਨੇ ਸੁੱਤੇ ਹੋਏ ਲੋਕਾਂ ਨੂੰ ਜਗਾਉਣਾ ਹੈ, ਖਾਬਾਂ 'ਚ ਪਏ ਹੋਏ ਲੋਕਾਂ ਨੂੰ, ਉਹਨਾਂ ਨੂੰ ਨੀਂਦ ਤੋਂ ਜਗਾ ਕੇ ਖੜੇ ਕਰ ਦੇਣਾ ਹੈ। ਸੋ ਉਸ ਵਿਹੜੇ ਦੀ ਜਿਹੜੀ ਹੈ ਇੱਕ ਤਰੀਕੇ ਦੀ ਇੰਟਰੋਡਕਸ਼ਨ ਕਵੀ ਜੀ ਨੇ ਸਾਡੇ ਸਾਹਮਣੇ ਰੱਖੀ ਤੇ ਕਿਹਾ ਕਿ ਇਹ ਜੋ ਇਸ ਪਰਿਵਾਰ ਦੇ ਵਿੱਚ ਨਵ ਵਿਆਹੁਤਾ ਬੱਚੀ ਆਈ ਹੈ, ਮਾਤਾ ਤ੍ਰਿਪਤਾ ਜੀ ਦੀ ਬਾਤ ਹੋ ਰਹੀ ਹੈ। ਤੀ ਪਤਿਵਰਤਾ ਗੁਣ ਨਿਧ ਸੋਊ ਤਿਹ ਸੁਸ਼ੀਲਤਾ ਕਹਿ ਸਕ ਕੋ। ਉਹਦੀ ਸੁਸ਼ੀਲਤਾ, ਉਹਦੀ ਵਡਿਆਈ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜੀ? ਸਾਧਵੀ ਪਾਏ ਕਾਲ ਬਹੁ ਕਾਲੂ, ਕੀਏ ਵਰਤ ਤਪ ਕਠਨ ਬਿਸਾਲੂ। ਇਸ ਸਾਧੂ ਬਿਰਤੀ ਇਸਤਰੀ ਨੇ ਲੰਬਾ ਸਮਾਂ ਘਰ ਦੇ ਵਿੱਚ ਹਰ ਤਰੀਕੇ ਦੇ ਜਪ ਤਪ, ਜਿਹੜੇ ਕਠਨ ਜਪ ਤਪ ਹੁੰਦੇ ਨੇ, ਉਹ ਕੀਤੇ। ਇਸ ਤਰ੍ਹਾਂ ਜਾਣੋ, ਭਾਸ਼ਾ ਦੇ ਵਿੱਚ ਜਿਹੜੇ ਸ਼ਬਦਾਂ ਦੀ ਅਸੀਂ ਚੋਣ ਕਰ ਲੈਂਦੇ, ਕਈ ਵਾਰੀ ਤਾਂ ਅਸੀਂ ਸ਼ਬਦਾਂ ਦੇ ਮਗਰ ਭੱਜਦੇ ਹਾਂ। ਜਦੋਂ ਅਸੀਂ ਜਪ ਤਪ ਦੀ ਗੱਲ ਕਰਦੇ ਹਾਂ, ਸਿੱਖੀ ਲਹਿਜ਼ੇ ਨੇ ਤੇ ਖੈਰ ਗੁਰਬਾਣੀ ਨੇ ਤੇ ਸਾਰਾ ਕੁਝ ਸਾਨੂੰ ਉਜਾਗਰ ਕਰ ਦਿੱਤਾ ਨਾ। ਜਪ ਤਪ ਦਾ ਮਤਲਬ ਸਿਰਫ ਸਰੀਰ ਨੂੰ ਕਠਿਨਾਈ ਦੇ ਕੇ ਵਕਤਨ ਬਾ ਵਕਤਨ ਕੁਝ ਰਿਲੀਜੀਅਸ ਰਿਚੁਅਲਸ ਕਰਨੇ ਮਾਤਰ ਨਹੀਂ ਹੁੰਦੇ। ਜਪ ਤਪ ਮੈਂ ਕਈ ਵਾਰੀ ਬੱਚੇ ਨੂੰ ਕਹਿਣਾ, ਪਾਠ ਜ਼ਰੂਰ ਕਰਿਆ ਕਰੋ। ਤੁਹਾਡੀ ਇਹਦੇ ਨਾਲ ਮੈਡੀਟੇਸ਼ਨ ਕਰਨ ਨਾਲ, ਪਾਠ ਕਰਨ ਨਾਲ, ਸਿਮਰਨ ਕਰਨ ਨਾਲ ਤੁਹਾਡੇ ਅੰਦਰ ਖਿਆਲਾਂ ਦੀ ਪਰਵਾਜ਼ ਉਹ ਸਹੀ ਡਾਇਰੈਕਸ਼ਨ 'ਚ ਜਾਏਗੀ। ਪਰ ਬੱਚੇ ਪਾਠ ਕਰਕੇ, ਮੈਡੀਟੇਸ਼ਨ ਕਰਕੇ, ਸਭ ਚੀਜ਼ਾਂ ਕਰਕੇ ਇੱਕ ਐਨਰਜੀ ਜਨਰੇਟ ਕਰਨੀ ਹੈ, ਅਤੇ ਉਸ ਐਨਰਜੀ ਨੂੰ ਜ਼ਿੰਦਗੀ ਨੂੰ ਬੈਟਰ ਕਰਨ ਵਾਸਤੇ, ਤਾਲੀਮ ਲੈਣ ਲਈ, ਸਕਿੱਲਸ ਪ੍ਰਾਪਤ ਕਰਨ ਲਈ, ਐਜੂਕੇਟ ਕਰਨ ਲਈ, ਉਹਦੇ ਲਈ ਯੂਜ਼ ਕਰਨਾ ਹੈ।
ਅਗਲਾ ਪੜਾਅ ਇਹ ਹੈ, ਬੱਚੇ ਦਾ ਤਪ ਕੀ ਹੈ? ਬੱਚੇ ਦੀ ਤਪੱਸਿਆ ਵਿੱਦਿਆ ਲੈਣੀ ਹੈ। ਬੱਚੇ ਦੀ ਤਪੱਸਿਆ ਕੀ ਹੈ? ਡਿਸਿਪਲਿਨ ਮੈਜਰਸ ਫੁੱਲਫਿਲ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਚੰਗੇਰੇ ਪਾਸੇ ਲਾਉਣਾ। ਇੱਥੋਂ ਇਹ ਤਪੱਸਿਆ ਬਣਦੀ ਹੈ। ਸੋ ਘਰਾਂ ਦੀਆਂ ਸੁਆਣੀਆਂ ਦੀ ਕੀ ਤਪੱਸਿਆ ਹੋ ਸਕਦੀ ਹੈ? ਵੀ ਘਰਾਂ ਦੀਆਂ ਸੁਆਣੀਆਂ ਦੀ ਤਪੱਸਿਆ ਇਹ ਹੈ, ਘਰ ਨੂੰ ਸੰਭਾਲਣਾ, ਤੇ ਘਰ ਨੂੰ ਸੰਭਾਲਦਿਆਂ ਹੋਇਆਂ ਇਹ ਨਹੀਂਗਾ ਕਿ ਆਪਣੇ ਆਪ ਨੂੰ ਖਤਮ ਕਰ ਲੈਣਾ, ਨਾ, ਆਪਣੇ ਆਤਮ ਸਨਮਾਨ ਨੂੰ ਬਚਾਉਣਾ, ਆਪਣੇ ਪਰਿਵਾਰ ਦੇ ਆਤਮ ਸਨਮਾਨ ਨੂੰ ਬਚਾਉਣਾ, ਲੰਮੇਰਾ ਦੇਖਣਾ ਇਸ ਰੂਪ ਦੇ ਵਿੱਚ, ਲੌਂਗ ਰਨ ਦੇ ਚੀਜ਼ਾਂ ਨੂੰ ਦੇਖ ਕੇ ਫਿਰ ਚੀਜ਼ਾਂ ਦੀ ਜਿਹੜੀ ਆ ਉਹ ਦਰੁਸਤਗੀ ਕਰਨੀ। ਇਸ ਤਰ੍ਹਾਂ ਜਾਣੋ, ਅਸੀਂ ਵੈਸਟਰਨ ਵਰਲਡ 'ਚ ਰਹਿ ਰਹੇ ਹਾਂ। ਇੱਥੇ ਕਈ ਵਾਰੀ ਅਕਸਰ ਪਰਿਵਾਰਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਫੈਮਲੀਜ਼ ਟੁੱਟ ਰਹੀਆਂ ਨੇ, ਸਭ ਚੀਜ਼ਾਂ। ਹਾਂ, ਫ੍ਰੀ ਕੰਟਰੀ ਹੈ, ਕਾਫੀ ਕੁਝ ਐਸਾ ਦਿਸਦਾ ਵੀ ਹੈ, ਪਰ ਕਈ ਵਾਰੀ ਤੁਹਾਨੂੰ ਇਹੋ ਜਿਹੀ ਵਾਬਸਤਗੀ ਵੀ ਪੈਂਦੀ ਕਿ ਤੁਸੀਂ ਹੈਰਾਨ ਹੁੰਦੇ ਹੋ। ਮੈਨੂੰ ਯਾਦ ਹੈ, ਸਾਡੇ ਕੋਰਸ 'ਚ ਇੱਕ ਪ੍ਰੋਫੈਸਰ ਪੜ੍ਹਾ ਰਹੀ ਸੀ ਸਾਨੂੰ, ਤੇ ਗਾਲਬਨ ਉਹ ਬੱਚਿਆਂ ਦੀਆਂ ਗੱਲਾਂ ਕਰਨ ਲੱਗੀ, ਤੇ ਪਤਾ ਲੱਗਾ ਕਿ 4 ਬੱਚੇ ਉਹਦੇ ਆਪਣੇ ਨੇ, ਤੇ ਸ਼ਾਇਦ 3 ਉਹਦੀ ਐਕਸਟੈਂਡਡ ਫੈਮਿਲੀ ਦੇ ਨੇ, 7 ਬੱਚੇ ਉਹ ਇਕੱਲੀ ਪਾਲ ਰਹੀ ਹੈ। ਤੇ ਅਸੀਂ ਕਿਹਾ ਵੀ ਕਮਾਲ ਹੋ ਗਈ, 7 ਬੱਚੇ। ਤੇ ਤੂੰ ਕਹਿਣ ਲੱਗੀ, ਹਾਂ, ਕਹਿਣ ਲੱਗੀ ਵੈਸੇ ਅਸੀਂ ਰਹਿੰਦੇ ਵੀ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਆ। ਜੁਆਇੰਟ ਫੈਮਿਲੀ ਦੇ ਵਿੱਚ ਵੈਸਟਰਨ ਵਰਲਡ? ਕਹਿੰਦੇ ਹਾਂ। ਹੋਈ ਗੱਲ ਕੀ ਹੋਈ? ਕਹਿਣ ਲੱਗੀ ਸ਼ੁਰੂਆਤ 'ਚ ਬੜੀ ਔਖਾ ਹੋਇਆ ਕੰਮ। ਤੁਹਾਨੂੰ ਦੱਸਾਂ ਕਿ ਜਦੋਂ ਮੈਂ ਫੈਮਿਲੀ ਲਾਈਫ ਸਾਡੀ ਸ਼ੁਰੂ ਹੋਈ, ਤੇ ਸਮਹਾਓ ਮੇਰੀ ਮਦਰ ਇਨ ਲਾ, ਉਸਨੇ ਮੇਰੇ ਨਾਲ ਕੁਝ ਥੋੜ੍ਹਾ ਬਹੁਤਾ ਡਿਸਪਿਊਟ ਹੋਇਆ, ਤੇ ਕਹਿੰਦੇ ਮੈਂ ਉਹਨੂੰ ਕੋਲ ਬਿਠਾਇਆ, ਤੇ ਬਿਠਾ ਕੇ ਉਹਨੂੰ ਕਿਹਾ ਵੀ ਮਦਰ ਇਨ ਲਾ, ਮੇਰੀ ਗੱਲ ਸੁਣ ਧਿਆਨ ਦੇ ਨਾਲ, ਦੇਖ ਮੈਂ ਬੜੀ ਸੈਲਫਿਸ਼ ਲੇਡੀ ਹਾਂ, ਮੈਂ ਬੜੀ ਸਵਾਰਥੀ ਔਰਤ ਹਾਂ, ਤੇ ਮੇਰੀ ਗੱਲ ਧਿਆਨ ਨਾਲ ਸੁਣ ਲੈ। ਤੇ ਮੇਰੀ ਇਹ ਸਵਾਰਥ ਆ ਕਿ ਮੈਂ ਜਰਾ ਜਿੰਨਾ ਵੀ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦੀ। ਸਭ ਤੋਂ ਵੱਡਾ ਮੇਰੇ ਵਾਸਤੇ ਨੁਕਸਾਨ ਪਤਾ ਕੀ ਹੋਏਗਾ? ਤੂੰ ਸੋਚੇ ਵੀ ਸ਼ਾਇਦ ਕੋਈ ਫਾਈਨੈਂਸ਼ੀਅਲ ਲਾਸ ਹੋ ਜਾਏ, ਕੁਝ ਮੇਰਾ ਕੋਈ ਕੈਰੀਅਰ ਵਿੱਚ ਲਾਸ ਹੋ ਜਾਏ, ਕੁਝ ਮੇਰਾ ਜਿਹੜਾ ਜ਼ਿੰਦਗੀ ਦੇ ਵਿੱਚ ਕਿਸੇ ਕਿਸਮ ਦੇ ਨਾਲ ਮੈਂ ਕੋਈ ਅਚੀਵ ਕਰਨਾ, ਉਹ 'ਚ ਨਾ ਸਭ ਤੋਂ ਵੱਡਾ ਮੇਰਾ ਲਾਸ ਇਹ ਹੋਏਗਾ ਜੇ ਤੇਰਾ ਤੇ ਮੇਰਾ ਰਿਸ਼ਤਾ ਖਰਾਬ ਹੋ ਗਿਆ। ਤੇ ਬਿਕੋਜ਼ ਮੈਂ ਤੈਨੂੰ ਆਪਣੀ ਸਭ ਤੋਂ ਵੱਡੀ ਹੈਲਪ ਕਾਊਂਟ ਕੀਤਾ ਅੱਜ ਤੋਂ ਬਾਅਦ। ਸੋ ਯੂ ਆਰ ਮੇਰੀ ਕਾਈਂਡ ਆਫ, ਯੂ ਕੈਨ ਸੇ ਫਰੋਮ, ਮਤਲਬ ਹੇਅਰ ਟੂ ਅੰਟਿਲ, ਜਦੋਂ ਤੱਕ ਸਾਡਾ ਤੇਰਾ ਜੀਵਨ ਹੈ ਉਦੋਂ ਤੱਕ ਮੇਰੇ ਵਾਸਤੇ ਤੂੰ ਮੇਰੀ ਸਪੋਰਟ ਆ। ਤੇ ਤੂੰ ਸੋਚਦੀ ਹੈ ਕਿ ਇਹੋ ਜਿਹੀ ਸਪੋਰਟ ਮੈਂ ਲੂਜ਼ ਕਰਾਂਗੀ? ਈਵਨ ਮੈਂ ਤੈਨੂੰ ਵੀ ਲੂਜ਼ ਨਹੀਂ ਕਰਨ ਦੇਵਾਂਗੇ। ਅਸੀਂ ਦੋਨੋਂ ਇੱਕ ਦੂਜੇ ਦੀ ਡਿਸਰਿਸਪੈਕਟ ਨਹੀਂ ਕਰਾਂਗੇ, ਅਸੀਂ ਇੱਕ ਦੂਜੇ ਨੂੰ ਕਿਸੇ ਲੈਵਲ 'ਤੇ ਵੀ ਉਸ ਰੂਪ ਦੇ 'ਚ ਲੈਟ ਡਾਊਨ ਨਹੀਂ ਕਰਾਂਗੇ। ਅਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ, ਤੇ ਸਾਡਾ ਟੀਮ ਵਰਕ ਇਸ ਫੈਮਿਲੀ ਨੂੰ ਹਰ ਮੁਸ਼ਕਲ ਤੋਂ ਉੱਪਰ ਉਠਾ ਕੇ ਇੱਕ ਚੰਗੇਰੇ ਰੂਪ ਵਿੱਚ ਅੱਗੇ ਵਧਣਾ ਹੋਏਗਾ। ਹੁਣ ਆਹ ਜਿਹੜੀ ਚੀਜ਼ ਆ, ਇਹ ਉਸ ਇਸਤਰੀ ਦਾ ਤਪ ਆ। ਇਸ ਤਪ ਨੂੰ ਮਤਲਬ ਆਮ ਕਰਕੇ ਕਿਹਾ ਜਾਂਦਾ ਹੂ ਕੇਅਰ, ਮੈਨੂੰ ਕਾਹਦੀ ਕੇਅਰ ਆ, ਮੈਂ ਕੀ, ਅਗਲਾ ਉਹਦੀ ਜ਼ਿੰਮੇਵਾਰੀ ਉਹ ਮਰਦਾ, ਉਹ ਮਰੇ, ਮੇਰੀ ਜ਼ਿੰਮੇਵਾਰੀ ਮੈਂ ਆਪਣੇ ਤਰੀਕੇ ਨਾਲ। ਆਪ ਮੁਹਾਰਾਪਨ ਇਹ ਤੇ ਕੋਈ ਵੀ ਕਰ ਸਕਦਾ, ਇਹ ਤੇ ਕਦੀ ਵੀ ਹੋ ਸਕਦਾ। ਹਾਂ, ਸਭ ਚੀਜ਼ਾਂ ਨੂੰ ਨਾਲ ਲੈ ਕੇ ਤੁਰਨਾ। ਇਸ ਤਰ੍ਹਾਂ ਜਾਣੋ, ਜਿਹੜਾ ਟੀਮ ਵਰਕ ਹੈ ਨਾ, ਸਭ ਤੋਂ ਔਖਾ ਵਰਕ ਹੁੰਦਾ। ਦੁਨੀਆ ਦੀਆਂ ਕਦੀ ਸਪੋਰਟਸ ਦੇਖੋ ਤੁਸੀਂ, ਜਿਹੜੀਆਂ ਗੇਮਾਂ ਹੁੰਦੀਆਂ, ਖੇਡਾਂ ਦੇ ਵਿੱਚ ਇਕੱਲੀਆਂ ਖੇਡਾਂ ਵੀ ਖੇਡੀਆਂ ਜਾਂਦੀਆਂ ਨੇ, ਜਿਵੇਂ ਕੋਈ ਟੈਨਿਸ ਖੇਡ ਰਿਹਾ ਹੈ, ਕੋਈ ਬੈਡਮਿੰਟਨ ਖੇਡ ਰਿਹਾ, ਇਸ ਰੂਪ ਦੇ ਵਿੱਚ। ਪਰ ਹਾਂ, ਜਿਹੜੀਆਂ ਸਭ ਤੋਂ ਮਕਬੂਲ ਖੇਡਾਂ ਹੋਈਆਂ ਉਹ ਕਿਹੜੀਆਂ ਨੇ? ਜਿਹੜੀਆਂ ਟੀਮ ਖੇਡਦੀ ਹੈ। ਉਹ ਭਾਵੇਂ ਸੌਕਰ ਹੈ, ਭਾਵੇਂ ਰਗਬੀ ਹੈ, ਭਾਵੇਂ ਕ੍ਰਿਕਟ ਹੈ, ਭਾਵੇਂ ਹਾਕੀ ਹੈ। ਸਾਡੇ ਇੱਥੇ ਆਈਸ ਹਾਕੀ ਦੇ ਉਹ ਟੀਮ ਗੇਮ ਆ, ਉਹੀ ਸਭ ਤੋਂ ਬੈਟਰ ਲੱਗਦੀ। ਕਿਉਂ? ਕਿਉਂਕਿ ਪਤਾ ਹੀ ਉਦੋਂ ਲੱਗਦਾ ਸਕਿੱਲ ਦਾ ਵੀ ਟੀਮ ਵਿੱਚ ਤੁਸੀਂ ਕਿਵੇਂ ਪਲੇ ਕਰਦੇ ਹੋ। ਟੀਮ ਦੇ ਵਿੱਚ ਆਪਣੀ ਪ੍ਰੋਗਰੈਸ ਦੇ ਨਾਲ ਦੂਜੇ ਦੀ ਪ੍ਰੋਗਰੈਸ ਵਿੱਚੋਂ ਆਪਣੀ ਪ੍ਰੋਗਰੈਸ, ਇਸ ਰੂਪ ਵਿੱਚ ਲੱਭਣਾ। ਇਸੇ ਚੀਜ਼ ਨੂੰ ਫਿਰ ਕਮਿਊਨਿਟੀ ਕਿਹਾ ਜਾਂਦਾ। ਸੈਂਸ ਆਫ ਕਮਿਊਨਿਟੀ ਜਨਰੇਟ ਕਰਨੀ, ਇੱਥੋਂ ਹੀ ਫਿਰ ਨੈਕਸਟ ਲੈਵਲ ਹੁੰਦਾ ਸੈਂਸ ਆਫ ਹਿਊਮੈਨਿਟੀ ਕ੍ਰੀਏਟ ਕਰਨੀ। ਅਨਫੋਰਚੂਨੇਟ ਪਾਰਟ ਇਹ ਹੈ, ਜਦੋਂ ਸੈਂਸ ਆਫ ਕਮਿਊਨਿਟੀ ਨਹੀਂ ਰਹਿੰਦੀ, ਸੈਂਸ ਆਫ ਹਿਊਮੈਨਿਟੀ ਨਹੀਂ ਰਹਿੰਦੀ, ਉੱਥੋਂ ਫਿਰ ਇਨਹਿਊਮਨ ਬਿਹੇਵੀਅਰ ਬੰਦੇ ਦਾ ਨਿਕਲ ਕੇ ਬਾਹਰ ਆਉਂਦਾ। ਇੱਥੋਂ ਫਿਰ ਮੌਬ ਰਿਲੇਟਡ, ਜੇ ਭੀੜ ਦੀ ਕੋਈ ਮਤਲਬ ਇੱਕ ਉਸ ਕਿਸਮ ਦੀ ਅਬਿਲਿਟੀ ਬੰਦਾ ਲੈ ਕੇ ਤੇ ਉਸ ਤਰੀਕੇ ਨਾਲ ਚੀਜ਼ਾਂ ਚਲਾਉਂਦਾ, ਤੇ ਫਿਰ ਜਲਾਲਤ ਬੇਇੱਜ਼ਤੀ ਆਪਣੀ ਤੇ ਦੂਜਿਆਂ ਦੀ ਕਰਨ ਵਾਸਤੇ ਅਗਰਸਰ ਹੁੰਦਾ। ਹੁਣ ਆ ਜੀ ਇਸੇ ਰੂਪ ਵਿੱਚ ਬਾਤ, ਇਸੇ ਤਵਾਰੀਖੀ ਰੰਗ ਦੇ ਵਿੱਚ ਕਿਹਾ, ਉਹ ਬੀਬੀ ਜੋ ਘਰੇ ਆਈ ਹੈ ਵਿਆਹ ਕੇ, ਜਿਹੜੀ ਹੈ ਨਵ ਵਿਆਹੁਤਾ ਦੇ ਰੂਪ ਵਿੱਚ, ਉਹਦੀ ਆਭਾ ਇਹ ਹੈ ਵੀ ਸਾਧਵੀ ਪਾਏ ਕਾਲ ਬਹੁ ਕਾਲੂ, ਕਿ ਇਹ ਵਰਤ ਤਪ ਕਠਨ ਵਿਸਾਲੂ। ਉਹਨੇ ਆਪਣੇ ਖਾਵੰਦ, ਆਪਣੇ ਸਿਰ ਦੇ ਸਾਈਨ ਨਾਲ ਲੈ ਕੇ ਆਪਣੇ ਜੀਵਨ ਨੂੰ ਬੜੇ ਤਪ ਸਾਧਨਾ ਦੇ ਰੂਪ ਦੇ ਵਿੱਚ ਜੀਣਾ ਕੀਤਾ। ਗੁਣਾਤਮਕ ਪੱਖ ਤੋਂ ਆਪਣੇ ਅਤੇ ਆਪਣੇ ਪਤੀ ਨੂੰ ਉਚੇਰਿਆਂ ਚੱਕਦੀ ਰਹੀ ਜੀ। ਚਿਰੰਕਾਲ ਇਵ ਦੰਪਤ ਬੀਤਾ, ਹਰ ਪਦ ਪੰਕਜ ਮਿਜਨ ਮਨ ਪ੍ਰੀਤਾ। ਬਹੁਤ ਲੰਬੇਰਾ ਸਮਾਂ ਜਦੋਂ ਇਹਨਾਂ ਦਾ ਦੰਪਤਿਆ ਜੀਵਨ, ਗ੍ਰਸਥ ਜੀਵਨ ਇਸ ਰੂਪ ਵਿੱਚ ਵਿਚਰਿਆ, ਤੇ ਦੋਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਚਰਨ ਕਮਲਾਂ ਲਈ ਬਹੁਤ ਪ੍ਰੀਤ ਬਣ ਗਈ। ਮੁਰਾਦ ਹਰ ਪਦ ਪੰਕਜ ਮਿਜਨ ਮਨ ਪ੍ਰੀਤਾ,
ਦੋਨੋਂ ਇਸ ਤਰ੍ਹਾਂ ਜਾਣੋ ਕਿ ਵਾਹਿਗੁਰੂ ਦੀ ਉਸ ਕਰਤਾਰ ਦੀ ਆਸਥਾ ਦੇ ਰੰਗ 'ਚ ਰੰਗੇ ਗਏ। ਧੰਨ ਗੁਰੂ ਨਾਨਕ ਸਾਹਿਬ ਨੇ ਜਿਸ ਵਿਹੜੇ 'ਚ ਆ ਕੇ ਖੇਡਣਾ ਹੈ, ਜਿਹਨੂੰ ਮਾਂ ਤੇ ਪਿਤਾ ਕਹਿਣਾ ਹੈ, ਕੁਝ ਤੇ ਖੂਬੀ ਹੋਏਗੀ ਉਹਨਾਂ ਦੇ ਵਿੱਚ। ਸੋ ਕਵੀ ਜੀ ਉਸ ਖਾਸੀਅਤ ਨੂੰ ਸਾਡੇ ਸਾਹਮਣੇ ਉਜਾਗਰ ਕਰਦੇ ਨੇ ਜੀ। ਤਲਵੰਡੀ ਮਹਿ ਰਾਏ ਬੁਲਾਰੂ, ਸੋਦਰ ਸਮ ਕਾਲੂ ਸੰਗ ਪਿਆਰੂ। ਕਿਆ ਤਲਵੰਡੀ ਮਹਿ ਰਾਏ ਬੁਲਾਰੂ, ਰਾਏ ਬੁਲਾਰੂ, ਰਾਏ ਬੁਲਾਰ, ਜਿਨ੍ਹਾਂ ਦੀ ਇਹ ਭੱਟੀ ਗੋਤ ਦਾ ਇਹ ਜਿਹੜਾ ਕਹਿ ਲਓ ਚੌਧਰੀ ਹੈ, ਤੇ ਇਹਦੀ ਇਹ ਜ਼ਗੀਰ ਹੈ ਜਿੱਥੇ ਪਰਿਵਾਰ ਸਾਰਾ ਰਹਿ ਰਿਹਾ ਹੈ। ਕਿਉਂਕਿ ਪੁਰਾਣੇ ਸਮੇਂ ਟ੍ਰੈਡੀਸ਼ਨਲ ਵੇ ਨਾਲ ਦੇਖੀਏ ਤੇ ਪੂਰੇ ਦਾ ਪੂਰਾ ਫਿਊਡਲ ਸਿਸਟਮ ਹੁੰਦਾ ਸੀ, ਜਗੀਰਦਾਰੀ ਨਿਜ਼ਾਮ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਜਗੀਰਦਾਰਾਂ ਦੇ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ, ਉੱਥੇ ਕਾਰਗੁਜ਼ਾਰੀ ਕਰਦੇ। ਜਗੀਰਦਾਰੀ ਪਰੰਪਰਾ ਨੂੰ ਸਹੀ ਰੂਪ ਦੇ ਵਿੱਚ ਜਿਨ੍ਹਾਂ ਨੇ ਨੇਸਤੋ ਨਾਬੂਦ ਕੀਤਾ, ਤੋੜ ਦਿੱਤਾ, ਲੱਕ ਤੋੜਿਆ, ਜਿਹਦਾ ਬਿਲਕੁਲ ਨਵੇਂ ਸਿਰੇ ਤੋਂ ਨਿਜ਼ਾਮਤ ਸਥਾਪਿਤ ਕੀਤੀ, ਉਹ ਸੀ ਬਾਬਾ ਬੰਦਾ ਸਿੰਘ ਬਹਾਦਰ। ਉਹਨਾਂ ਨੇ ਪਹਿਲੀ ਵਾਰੀ ਕਿਹਾ ਸੀਗਾ ਕਿ ਜ਼ਮੀਨ ਹਲ ਵਾਹਕ ਦੀ ਹੈ, ਜਿਹੜਾ ਵਾਹ ਰਿਹਾ, ਜਿਹੜਾ ਰਹਿ ਰਿਹਾ, ਜਿਹੜਾ ਉੱਥੇ ਹਲ ਜੋਤ ਰਿਹਾ, ਉਹੀ ਮਾਲਕ ਹੈ। ਸੋ ਇੱਥੋਂ ਇਸ ਸਾਰੇ ਨਾਰਦਰਨ ਸਾਈਡ ਦੇ ਉੱਤੇ ਇਹ ਚੀਜ਼ ਟੁੱਟ ਗਈ। ਫਿਰ ਹੌਲੀ ਹੌਲੀ ਅੰਗਰੇਜ਼ ਆ ਗਏ, ਮਹਾਰਾਜਾ ਰਣਜੀਤ ਸਿੰਘ ਦੇ ਦੌਰ ਲੰਘਣ ਤੋਂ ਬਾਅਦ ਫਿਰ ਅੱਗੇ ਅੱਗੇ ਚੀਜ਼ਾਂ ਵੱਧਦੀਆਂ ਗਈਆਂ, ਤੇ ਅਲਟੀਮੇਟਲੀ ਉਸ ਤੋਂ ਬਾਅਦ ਜਿਹੜੀ ਪਾਵਰ ਟਰਾਂਸਫਰ ਹੋਈ, ਤੇ ਜਿਹਨੂੰ ਅੱਜ ਦਾ ਅਸੀਂ ਮਾਡਰਨ ਸਾਰਾ ਸਾਊਥ ਏਸ਼ੀਆ ਦਾ ਖਿੱਤਾ ਕਹਿ ਰਹੇ ਹਾਂ, ਉਹਦੇ 'ਚ ਪੰਜਾਬ ਤੇ ਆਲੇ ਦੁਆਲੇ ਦੇ ਕਾਫੀ ਇਲਾਕੇ ਨੂੰ ਛੱਡ ਦਈਏ ਤੇ ਬਾਕੀ ਜਗ੍ਹਾ ਤੇ ਤੁਹਾਨੂੰ ਫਿਊਡਲ ਸਿਸਟਮ ਦਾ ਥੋੜ੍ਹਾ ਬਹੁਤਾ ਰੰਗ ਅਜੇ ਵੀ ਮਿਲ ਜਾਂਦਾ। ਪਰ ਇੱਥੇ ਬਿਲਕੁਲ ਤੋੜ ਦਿੱਤਾ, ਗੜ ਟੁੱਟ ਗਿਆ। ਪਰ ਇੱਥੇ ਕਵੀ ਜੀ ਨੇ, ਕਿਉਂਕਿ ਉਸ ਸਮੇਂ ਇਹ ਸਿਸਟਮ ਸੀਗਾ, ਉਹਦੀ ਗੱਲ ਕੀਤੀ ਕਿ ਤਲਵੰਡੀ ਮਹਿ ਰਾਏ ਬੁਲਾਰੂ, ਸੋਦਰ ਸਮਕਾਰੂ ਸੰਗ ਪਿਆਰੂ। ਤੇ ਉਹਦਾ ਪਿਆਰ ਬਾਬਾ ਕਾਲੂ ਜੀ ਦੇ ਨਾਲ ਬਹੁਤ ਜ਼ਿਆਦਾ ਹੈ। ਆਲਮੋਸਟ ਹਾਣੀ ਪੁਰਾਣੀ ਸੇ ਥੋੜ੍ਹੇ ਜਿਹੇ ਉਮਰ ਵਿੱਚ ਵੱਡੇ ਕਹਿ ਜਾਂਦੇ ਰਾਏ ਬੁਲਾਰ ਜੀ। ਤੇ ਧੰਨ ਗੁਰੂ ਨਾਨਕ ਮਹਾਰਾਜ ਦੇ ਪਿਤਾ ਬਾਬਾ ਕਾਲੂ ਜੀ, ਬਾਬਾ ਕਲਿਆਣ ਦਾਸ ਜੀ ਨਾਲ ਇਹਨਾਂ ਦਾ ਪਿਆਰ ਸੀਗਾ, ਤੇ ਆਲਮੋਸਟ ਸੰਗੀ ਇਕੱਠੇ ਖੇਡਦੇ ਵੀ ਰਹੇ। ਕਹਿੰਦੇ ਬਚਪਨ ਦਾ ਇਹਨਾਂ ਦੀਆਂ ਇਕੱਠੀਆਂ ਖੇਡਦਿਆਂ ਹੋਇਆ ਇਹਨਾਂ ਦਾ ਬਚਪਨ ਬਤੀਤ ਹੋਇਆ ਸੀ ਜੀ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਇਸ ਗ੍ਰਾਮ ਦੇ ਅੰਦਰ ਜੋ ਬਹੁਤ ਸਾਰੇ ਅਧਿਕਾਰੀ ਨੇ, ਉਹਨਾਂ ਦੇ ਵਿੱਚੋਂ ਹੀ ਇੱਕ ਅਧਿਕਾਰੀ ਭਾਵ ਸਰਕਾਰੀ ਅਫਸਰ ਦੇ ਰੂਪ ਦੇ ਵਿੱਚ ਬਾਬਾ ਕਾਲੂ ਜੀ ਨੇ, ਜਿਨ੍ਹਾਂ ਦੀ ਜੌਬ ਐਜ਼ ਏ ਪਟਵਾਰੀ ਦੇ ਤੌਰ ਤੇ ਹੈ। ਆਪਾਂ ਨਾ ਜਦੋਂ ਬਚਨ ਪੜ੍ਹਦੇ ਹੈਗੇ, ਕਿਉਂਕਿ ਤੇ ਬੇਦੀ ਜ਼ਿਕਰ ਆ ਗਿਆ ਬੇਦੀ ਬੰਸਾਵਲੀ ਦੇ ਵਿੱਚੋਂ, ਤੇ ਆਪ ਨੇ ਜੇ ਇਤਿਹਾਸ ਪੜ੍ਹਿਆ ਹੋਏ ਤੇ ਆਪ ਨੂੰ ਪੜ੍ਹਨ ਨੂੰ ਮਿਲਦਾ ਹੈ ਕਿ ਮਹਿਤਾ ਕਾਲੂ ਜੀ, ਆਪਨੇ ਪੜ੍ਹਿਆ ਹੋਣਾ। ਮਹਿਤਾ ਵੀ ਲਾਸਟ ਨੇਮ ਹੈ ਪੰਜਾਬ ਦੀ ਫਿਜ਼ਾਨ ਦੇ ਵਿੱਚ, ਮਹਿਤੇ ਹੁੰਦੇ ਨੇ, ਕਈ ਵਾਰੀ ਕਹਿੰਦੇ ਮਹਿਤਾ ਲਾਸਟ ਨੇਮ ਹੈ ਜਿਹਨਾਂ ਦਾ, ਤੇ ਬੇਦੀ ਵੀ ਲਾਸਟ ਨੇਮ ਆ। ਮੈਨੂੰ ਕਈ ਵਾਰੀ ਕੋਈ ਸੱਜਣ ਸਵਾਲ ਪੁੱਛਦੇ, ਕਹਿੰਦੇ ਵੀ ਉਹਨਾਂ ਦਾ ਲਾਸਟ ਨੇਮ ਮਹਿਤਾ ਸੀ ਕਿ ਕਾਲੂ ਸੀ ਉਸ ਪਰਿਵਾਰ ਵਿੱਚੋਂ। ਚਲੋ ਬਾਬਾ ਜੀ ਨੇ ਸਾਰੇ ਜਾਤ ਪਾਤ ਖਤਮ ਕਰ ਦਿੱਤੀ, ਪਰ ਇਹ ਕੀ ਹੈ, ਇਹਦੇ ਤੁਸੀਂ ਨਾ ਬਾਬਾ ਕਬੀਰ ਜੀ ਦਾ ਇੱਕ ਬਚਨ ਪੜ੍ਹਦੇ ਹੋ ਅਕਸਰ ਭੋਗ ਦੇ ਸਮੇਂ, ਜਿਹੜਾ ਇਹ ਬਚਨ ਰਾਗੀ ਸਿੰਘ ਜ਼ਰੂਰ ਗਾਉਂਦੇ ਨੇ। ਜੇ ਤੁਸੀਂ ਬਚਨ ਪੜ੍ਹਦੇ ਹਾਂ ਕਿ ਦੇਹੀ ਗਾਮ ਜਿਉਧਰ ਮੈਂ ਤੋ ਬਸੈ ਪੰਜ ਕਿਰਸਾਨਾ, ਨੈਨੂ ਨਕਟੂ ਸਰਵੂ ਰਸਪਤ ਇੰਦਰੀ, ਕਹਿਆ ਨਾ ਮਾਨਾ ਬਾਬਾ ਅਬ ਨ ਬਸੋਏ ਗਾਉਂ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੋ ਨਾਉ। ਆਹ ਵਾਲਾ ਬਚਨ ਜਿਹੜਾ ਹੈ, ਇਹਨੂੰ ਤੁਸੀਂ ਸ਼ੁਰੂ 'ਚ ਪੜ੍ਹੋ। ਦੇਹੀ ਗਾਮ ਜਿਉਧਰ ਮਹਿਤੋ, ਇਹ ਜਿਹੜੀ ਦੇਹੀ ਹੈ ਇੱਕ ਪਿੰਡ ਦੇ ਨੁਮਾਇੰਦੇ ਆ, ਗਾਮ ਇਹ ਪਿੰਡ ਆ। ਦੇਹੀ ਗਾਮ ਜਿਉਧਰ ਮਹਿਤੋ, ਜਿਹੜੀ ਇੱਥੇ ਜਿੰਦ ਆ ਉਹ ਇਹਦੇ ਵਿੱਚ ਮਹਿਤੋ ਹੈ। ਅਸੀਂ ਮਹਿਤਾ ਕਹਿੰਦੇ, ਲਫ਼ਜ਼ ਮਹਿਤੋ ਹੈ। ਮਹਿਤੋ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਖਸਰੇ ਪੜ੍ਹਨਾ ਜਾਣਦੇ ਸੀ। ਬਜ਼ੁਰਗਾਂ ਨੂੰ ਪਤਾ ਹੋਣਾ ਹੈ, ਹੁਣ ਤੇ ਬਦਲਦੇ ਵਕਤ ਤੇ ਚੀਜ਼ਾਂ ਬਹੁਤ ਸਾਰੀਆਂ ਬਦਲ ਗਈਆਂ, ਕੰਪਿਊਟਰਾਈਜ਼ਡ ਕਰਤਾ ਸਭ ਕੁਝ। ਅਦਰਵਾਈਜ਼ ਇੱਕ ਵੱਡਾ ਸਾਰਾ ਚਾਦਰ ਹੁੰਦੀ ਸੀ, ਵੱਡੀ ਸਾਰੀ, ਉਸ ਚਾਦਰ ਦੇ ਉੱਤੇ ਪੱਕੀਆਂ ਲਕੀਰਾਂ ਵਾਹੀਆਂ ਹੁੰਦੀਆਂ ਸੀ ਇਸ ਤਰੀਕੇ ਨਾਲ। ਇਹਨੂੰ ਜ਼ਮੀਨ ਦਾ ਖਸਰਾ ਕਹਿੰਦੇ ਸੀ। ਤੁਹਾਨੂੰ ਸ਼ਾਇਦ ਆਈਡੀਆ ਹੋਏਗਾ। ਹਰ ਬੰਦਾ ਨਹੀਂ ਸੀ ਉਹ ਪੜ੍ਹ ਸਕਦਾ। ਜਿਵੇਂ ਮੈਪ ਬੁੱਕ ਹੁੰਦੀ ਹੈ, ਐਵੇਂ ਇਹਦੀ ਐਬਿਲਿਟੀ ਕਿਸੇ ਵਿਰਲੇ ਬੰਦੇ ਕੋਲ ਹੁੰਦੀ ਸੀ, ਜਿਹੜਾ ਪੂਰੇ ਖਸਰੇ ਦਾ ਜਾਣਕਾਰ। ਫਿਰ ਉਹਦੇ 'ਚ ਨੰਬਰ ਪਏ ਹੁੰਦੇ ਸੀਗੇ। ਅਜੇ ਤੱਕ ਵੀ ਸਾਡੇ ਉਸ ਖਿੱਤੇ ਦੀ ਜਿਹੜੀ ਤਹਿਸੀਲ ਦੀ ਭਾਸ਼ਾ ਆ, ਕਚਹਿਰੀ ਦੀ ਭਾਸ਼ਾ ਆ, ਉਹ ਅਮੂਮਨ ਜੇ ਤੁਸੀਂ ਦੇਖਦੇ ਹੋ ਅੰਗਰੇਜ਼ੀ ਤੋਂ ਬਾਅਦ, ਜਾਂ ਈਵਨ ਜ਼ਮੀਨੀ ਸਾਰੀ ਲੈਂਗੁਏਜ ਜਿਹੜੀ ਹੈ ਉਹ ਫਾਰਸੀ 'ਚ ਹੈ। ਉਹਦੇ 'ਚ ਤੁਸੀਂ ਫਰਦ, ਗਿਰਦਾਵਰੀ, ਤੁਸੀਂ ਯੂ ਨੇਮ ਇਟ, ਉਹਦੇ 'ਚ ਕਾਨੂੰਨ ਗੋ, ਇਹ ਸਾਰੇ, ਈਵਨ ਪਟਵਾਰੀ, ਤਹਿਸੀਲ ਸ਼ਬਦ ਵੀ ਉੱਥੋਂ ਹੀ ਆ ਰਿਹਾ। ਸੋ ਇਹ ਸਾਰੇ ਦਾ ਸਾਰਾ ਸ਼ਬਦ, ਉਸ ਖਸਰਾ ਸ਼ਬਦ ਵੀ ਉੱਥੋਂ ਆ ਰਿਹਾ ਹੈਗਾ। ਜਮਾਬੰਦੀ, ਇਹ ਵੀ ਉੱਥੋਂ ਆ ਰਿਹਾ ਹੈ। ਸੋ ਇਹ ਸਾਰੇ ਲਫ਼ਜ਼ ਉਹਦੇ ਹੀ, ਉਸ ਫਰਦ, ਇਹ ਵੀ ਉੱਥੋਂ ਹੀ ਲਫ਼ਜ਼ ਆ ਰਿਹਾ ਸਾਰਾ ਦਾ ਸਾਰਾ। ਸੋ ਇਹ ਪੂਰੇ ਦਾ ਪੂਰਾ ਤਾਲੀਮ ਦਾ ਇੱਕ ਖੇਤਰ ਸੀਗਾ। ਪਰ ਉਸ ਜ਼ਮਾਨੇ ਦੇ ਵਿੱਚ ਅੱਜ ਵਰਗੇ ਸਕੂਲ ਨਹੀਂ ਸੀ ਹੁੰਦੇ। ਜਿਵੇਂ ਪਟਵਾਰੀ ਗਏ, ਪਟਵਾਰੀ ਸਕੂਲਾਂ ਜਾ ਕੇ ਪੜ੍ਹ ਕੇ ਆ ਗਏ। ਉੱਥੇ ਤੇ ਮਾਂ ਬਾਪ ਤੋਂ ਬੱਚੇ ਪੜ੍ਹਦੇ ਸੀ, ਬੱਚਿਆਂ ਤੋਂ ਅੱਗੇ ਫਿਰ ਅਗਲੇ ਬੱਚੇ ਪੜ੍ਹਦੇ ਸੀ। ਪਰਿਵਾਰਾਂ ਦੇ ਪਰਿਵਾਰ ਐਵੇਂ ਕਿੱਤਾ ਅੱਗੇ ਤੋਰਦੇ ਸੀਗੇ।
ਇਹ ਜਿਹੜਾ ਪਰਿਵਾਰ ਬਾਬਾ ਸ਼ਿਵਰਾਮ ਹੋਰਾਂ ਦਾ ਸੀਗਾ, ਇਹ ਮਹਿਤੋ ਪਰਿਵਾਰ ਸੀਗਾ। ਮਹਿਤੋ ਪਰਿਵਾਰ ਜਿਹੜੇ ਮਾਲ ਮਹਿਕਮੇ ਦੀ ਸਾਰੀ ਭਾਸ਼ਾ ਜਾਣਦੇ ਸੀ। ਅਕਸਰ ਹੁੰਦਾ ਜੇ ਕੋਈ ਕਿਸੇ ਕੋਲ ਜੌਬ ਲੈਣ ਲਈ ਜਾਂਦਾ ਨਾ ਜਗੀਰਦਾਰਾਂ ਦੇ ਕੋਲ, ਤੇ ਜਗੀਰਦਾਰ ਨੂੰ ਕਹਿੰਦਾ ਜੀ ਮੈਨੂੰ ਤੁਹਾਡੇ ਕੋਲ ਜੌਬ ਚਾਹੀਦੀ, ਉਹ ਕਹਿੰਦੇ ਜੀ ਤੈਨੂੰ ਜੌਬ ਤੂੰ ਕੀ ਕਰ ਸਕਦਾ? ਕਹਿੰਦੇ ਹਮ ਜੀ ਮਹਿਤੋ ਹੋਤੇ ਹੈ। ਉਹ ਕਹਿੰਦਾ ਹਾਂ ਫਿਰ ਆ ਜਾ, ਮਹਿਤੋ ਹੈ ਨਾ ਤੂੰ, ਫਿਰ ਤੈਨੂੰ ਸਾਰਾ ਹੀ ਪਤਾ ਹੈਗਾ ਹਿਸਾਬ ਕਿਤਾਬ ਦਾ, ਸਾਨੂੰ ਮਹਿਤੋ ਚਾਹੀਦਾ ਹੈਗਾ। ਸੋ ਇਹਨਾਂ ਦੀ ਬੜੀ ਡਿਮਾਂਡ ਹੁੰਦੀ ਸੀਗੀ। ਜ਼ਿਕਰ ਇਹ ਆਇਆ ਕਿ ਬਾਬਾ ਕਾਲੂ ਜੀ ਨਗਰ ਦੇ ਮਹਿਤੋ ਸੀ, ਪਟਵਾਰੀ ਸੀ, ਜਿਹੜੇ ਉਹ ਸਾਰਾ ਹਿਸਾਬ ਕਿਤਾਬ ਜਾਣਦੇ ਸੀ ਤੇ ਰਾਏ ਬੁਲਾਰ ਦੇ ਕੋਲ ਐਜ਼ ਏ EMPLOYE, ਐਜ਼ ਏ ਨੌਕਰ ਦੇ ਰੂਪ ਵਿੱਚ ਕਾਰਜ ਕਰਦੇ ਸੀਗੇ। ਕਿਹਾ ਕਿ ਜਿਤੇ ਗ੍ਰਾਮ ਕੋ ਸੋ ਅਧਿਕਾਰੀ ਸਭ ਕੀ ਦਈ ਕਾਰ ਪਟਵਾਰੀ। ਇਹ ਪਟਵਾਰੀ ਦੀ ਕਾਰ ਸਾਰੇ ਨਗਰ ਗਿਰਾਂ ਦੀ ਬਾਬਾ ਕਾਲੂ ਜੀ ਕਰਦੇ ਸੀ ਜੀ। ਅਸ ਬਿਦ ਬਿਲਸਤ ਅਨਕ ਬਿਲਾਸਾ ਦੰਪਤ ਔਰ ਧਰਹੀ ਸੁਤ ਆਸਾ। ਇਸ ਤਰ੍ਹਾਂ ਕਾਫੀ ਸਮਾਂ ਬਾਬਾ ਕਾਲੂ ਜੀ ਖੁਸ਼ੀ ਖੇੜੇ ਦਾ ਜੀਵਨ ਬਤੀਤ ਕਰਦੇ ਗਏ। ਤੇ ਫਿਰ ਦੋਹਾਂ ਇਸਤਰੀ ਮਰਦ ਨੇ ਆਸ ਰੱਖੀ ਕਿ ਸਾਡੇ ਘਰ ਕੁਝ ਬੱਚੇ ਦੀ ਆਮਦ ਹੋਏ, ਔਲਾਦ। ਸੁਤ ਵੈਸੇ ਪੁੱਤ ਨੂੰ ਕਿਹਾ ਜਾਂਦਾ, ਪਰ ਔਲਾਦ ਦੀ ਖਾਹਸ਼ ਰੱਖੀ। ਬਚਨ ਆਇਆ ਅਸ ਬਿਦ ਬਿਲਸਤ ਅਨਕ ਬਿਲਾਸਾ। ਕਈ ਵਰੇ ਇਹ ਖੁਸ਼ੀ ਦੇ ਨਾਲ ਜੀਵਨ ਦੇ ਇਸ ਰੂਪ ਵਿੱਚ ਬਤੀਤ ਹੋਏ। ਦੰਪਤ ਉੱਤਰ ਹੀ ਸੁਤ ਆਸਾ। ਦੰਪਤੀ ਇਸ ਜਿਹੜੇ ਇਹ ਕਪਲ ਆ, ਇਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਕਹਿ ਲਓ ਉਰਦੇ ਵਿੱਚ ਇੱਕ ਬੱਚੇ ਦੀ ਪੁੱਤ ਦੀ ਆਸ ਰੱਖੀ। ਇਹਨੂੰ ਥੋੜ੍ਹੇ ਜਿਹੇ ਇਸ ਰੂਪ ਵਿੱਚ ਵੀ ਬਿਆਨ ਕਰਾਂ। ਇਸ ਤਰ੍ਹਾਂ ਜਾਣੋ, ਜਿਹੜਾ ਸਾਡੇ ਕੋਲ ਐਲੋਪੈਥੀ ਦੇ ਜ਼ਰੀਏ ਵੈਕਸੀਨ ਕਲਚਰ ਆਇਆ, ਜਿਹਦੇ ਨਾਲ ਇੱਕ ਤੋਂ ਬਾਅਦ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਮੈਡੀਕਲ ਵਰਲਡ ਦੇ ਵਿੱਚ ਡਿਵੈਲਪ ਹੋਈਆਂ। ਅਤੇ ਅੱਜ ਅਸੀਂ ਮੋਸਟਲੀ ਜਿਹੜੇ ਲੋਕ ਇੱਥੇ ਰਹਿ ਰਹੇ ਹਾਂ, ਅਸੀਂ 80 90 100 ਸਾਲ ਤੇ ਆਮ ਸੋਚ ਕੇ ਬੈਠੇ ਵੀ ਇੰਨੇ ਸਾਲ ਤੇ ਆਪਾਂ ਰਹਿਣਾ ਹੀ ਹੈ, ਇਹ ਕਿਹੜੀ ਗੱਲ ਆ। ਇਸੇ ਕਰਕੇ ਇੱਥੇ ਅਸੀਂ ਇਹੋ ਜਿਹੀਆਂ ਰਿਟਾਇਰਮੈਂਟ ਪਾਲਿਸੀਜ਼ ਬਾਏ ਕਰਦੇ ਹਾਂ, ਖਰੀਦਦੇ ਹਾਂ, ਸਭ ਚੀਜ਼ਾਂ ਉਸ ਰੂਪ ਵਿੱਚ। ਹਾਂ ਚਲੋ ਪਤਾ ਅਗਲੇ ਪਲ ਦਾ ਨਹੀਂ, ਪਰ ਇੰਨੀ ਪਲਾਨਿੰਗ ਹੈ। ਹਾਂ ਲਮੇਰਾ ਲੋਕੀ ਜੀਵਨ ਵੀ ਜੀ ਰਹੇ ਨੇ। ਆਪਣੇ ਵੀ ਘਰਾਂ ਥਾਵਾਂ ਦੇ ਤੁਹਾਨੂੰ ਬਜ਼ੁਰਗ ਜਿਹੜੇ ਨੇ 70 70 75 75 80 80 ਸਾਲ ਦੇ ਬਜ਼ੁਰਗ ਐਂ ਘੋੜੇ ਵਰਗੇ ਨਜ਼ਰ ਪੈ ਜਾਣਗੇ। 90 90 ਸਾਲ ਦੇ ਲੋਕ ਜਿਹੜੇ ਨੇ ਐਨ ਦੌੜੇ ਭੱਜੇ ਫਿਰਦੇ। ਟ੍ਰੈਡੀਸ਼ਨਲ ਵੇ ਨਾਲ ਵੇਖੋਗੇ ਤੇ ਇੰਨੀ ਐਵਰੇਜ ਏਜ ਨਹੀਂ ਸੀ ਹੁੰਦੀ। ਕਹਿੰਦੇ ਹੀ ਨਾ ਲੋਕੀ ਸਾਡੇ ਬਜ਼ੁਰਗਾਂ ਦੀ ਬੜੀ ਉਮਰ ਹੁੰਦੀ ਸੀ। ਜੇ ਤੁਸੀਂ ਧਿਆਨ ਨਾਲ ਡਾਟਾਬੇਸ ਦੇਖੋਗੇ ਤੇ ਸੱਚ ਇਹ ਹੈ, ਸਾਊਥ ਏਸ਼ੀਆ ਦੇ ਖਿੱਤੇ ਜਿੰਨੀ ਕਿ ਮੈਂ ਕੈਲਕੂਲੇਸ਼ਨ ਕੀਤੀ ਜਾਂ ਨੋਟ ਕੀਤਾ, ਉਹਦੇ ਬਾਬਤ ਪਤਾ ਇਹ ਲੱਗਾ ਕਿ ਉਸ ਜੇ ਅਸੀਂ ਪਿਛੋਕੜ ਵਿੱਚ ਦੇਖਦੇ ਹਾਂ, ਖਾਸ ਕਰਕੇ ਜੇ ਪਿੱਛੇ 60 70 80 ਵਰੇ ਪਿੱਛੇ ਚਲੇ ਜਾਓਗੇ, ਤੇ ਐਵਰੇਜ ਏਜ ਜਿਹੜੀ ਹੈ ਉਹ 22 ਤੋਂ 24 ਸਾਲ ਬਣਦੀ ਸੀ। ਇੰਨੀ ਕੁ ਉਮਰ ਸੀ। ਹਾਂ ਕਿਸੇ ਦੀ ਵੱਧ ਗਈ, ਕਿਸੇ ਦੀ ਘਟ ਗਈ। 16 16 17 17 18 18 ਸਾਲ ਦੇ ਲੋਕ ਆਮ ਜਿਹੜਾ ਗੁਜ਼ਰ ਜਾਂਦੇ ਸੀਗੇ। ਬੱਚੇ ਬੜੇ ਗੁਜ਼ਰਦੇ ਹੁੰਦੇ ਸੀ। ਕਾਰਨ ਕੀ ਸੀਗਾ? ਕਿਉਂਕਿ ਮੈਡੀਕਲ ਜਿਹੜੀ ਇੰਟਰਵੈਂਸ਼ਨ ਬੜੀ ਲੋ ਹੁੰਦੀ ਸੀ, ਨਾ ਮਾਤਰ ਹੁੰਦੀ ਸੀ। ਬੱਚੇ 'ਚ ਹੁੰਦਾ ਕੀ ਹੈ, ਜਿਹਨੂੰ ਅਸੀਂ ਡੀਹਾਈਡਰੇਸ਼ਨ ਕਹਿੰਦੇ ਆ, 2 ਉਲਟੀਆਂ ਲੱਗ ਜਾਣ ਬੱਚੇ ਨੂੰ ਬੈਕ ਟੂ ਬੈਕ, ਪਾਣੀ ਮੁੱਕ ਜਾਂਦਾ। ਬੱਚੇ ਨੂੰ 2 ਕਹਿ ਲਓ ਜਿਹਨੂੰ ਅਸੀਂ ਲੂਜ਼ ਮੋਸ਼ਨ ਕਹਿੰਦੇ ਆ, ਬੈਕ ਟੂ ਬੈਕ 2 ਪੋਟੀਜ਼ ਲੱਗ ਜਾਣ, ਤੀਜੀ ਵਾਰੀ ਤੇ ਸਾਹ ਨਹੀਂ ਰਹਿਣਾ ਉਹਦੇ ਵਿੱਚ। ਸੋ ਇਹ ਤੇ ਜਦੋਂ ਖਾਸ ਕਰਕੇ IV ਟ੍ਰੀਟਮੈਂਟ ਆ ਗਿਆ, ਇੰਟਰਵੈਂਸ਼ਨ ਆ ਗਈ ਐਲੋਪੈਥੀ ਦੀ, ਉਸ ਤੋਂ ਬਾਅਦ ਚੀਜ਼ਾਂ ਇੱਕਦਮ ਡਰਾਸਟਿਕ ਵੇ ਨਾਲ ਚੇਂਜ ਹੋਈਆਂ। ਨਹੀਂ ਤੇ ਘਰਾਂ ਥਾਵਾਂ ਦੇ ਵਿੱਚ ਲੋਕੀ ਮਤਲਬ ਸਪੋਜ਼ ਮਾਫੀ ਮੰਗਾਂਗਾ, ਮਾਵਾਂ ਜਦੋਂ ਪ੍ਰਸੂਤ ਦੇ ਸਮੇਂ 'ਚੋਂ ਲੰਘਦੀਆਂ ਸੀਗੀਆਂ, ਖਾਸ ਕਰਕੇ ਪ੍ਰੈਗਨੈਂਸੀ ਦੇ ਪੀਰੀਅਡ ਦੇ ਵਿੱਚੋਂ, ਤੇ ਪ੍ਰੈਗਨੈਂਸੀ ਤੋਂ ਡਿਲੀਵਰੀ ਜਿਹੜੀ ਹੈ ਬੱਚੇ ਦੀ, ਉਹ ਤੇ ਇੱਕ ਮਾਂ ਦਾ ਬੜਾ ਨਵਾਂ ਜਨਮ ਹੁੰਦਾ ਸੀਗਾ। ਮਤਲਬ ਕਈ ਵਾਰੀ ਤੁਸੀਂ ਫੋਕਲੋਰ ਪੜ੍ਹ ਕੇ ਦੇਖੋ, ਵੀਕਸ ਉਹ ਲੇਬਰ ਪੇਨ ਦੇ ਥਰੂ ਜਾਂਦੀਆਂ ਸੀਗੀਆਂ, ਖੂਨ ਸਾਰਾ ਨੁੱਚੜ ਜਾਂਦਾ ਸੀਗਾ ਸਰੀਰ ਦੇ ਵਿੱਚੋਂ। ਹਾਲਤ ਇਹ ਹੁੰਦੀ ਸੀ ਵੀ ਸਪੋਜ਼ ਕਰੋ ਘਰ ਦੇ ਵਿੱਚ ਕੋਈ ਸਵਾਣੀ, ਉਹ ਖਾਸ ਕਰਕੇ ਜਦੋਂ ਪਹਿਲੇ ਬੱਚੇ ਨੂੰ ਜਨਮ ਦੇਣਾ, ਉਹ ਪ੍ਰਸੂਤ ਅਵਸਥਾ 'ਚ ਆ ਗਈ ਤੇ ਘਰ ਵਿੱਚ ਇੱਕ ਫਿਕਰ ਪਿਆ ਹੁੰਦਾ ਸੀ, ਮਾਤਮ ਵਰਗਾ ਮਾਹੌਲ ਹੁੰਦਾ ਸੀ। ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਸੀ, ਉਸ ਨੂੰ ਉਹਦੀਆਂ ਸੱਸ ਨੇ, ਉਹਦੇ ਘਰ ਦੀਆਂ ਬਜ਼ੁਰਗ ਲੇਡੀਜ਼ ਨੇ ਪਤਾ ਨਹੀਂ ਕਿਹੜੀ ਕਿਹੜੀ ਸੁਖਣੀ। ਜੇ ਕੋਈ ਘਰ ਵਿੱਚ ਕੋਈ ਮੰਗਣ ਵਾਲਾ ਆ ਗਿਆ, ਉਹਦੇ ਹੱਥ ਫੜਾ ਕੇ ਕਹਿਣਾ ਜਾ ਇਹਨੂੰ ਕੁਝ ਦੇ ਕੇ ਆ, ਪਤਾ ਨਹੀਂ ਇਹਦੀ ਅਸੀਸ ਲੱਗ ਜੇ ਤੈਨੂੰ, ਇਸ ਰੂਪ ਦੇ ਵਿੱਚ, ਤਾਂ ਕਿ ਇਹਦਾ ਜਿਹੜਾ ਸਮਾਂ ਆ ਰਿਹਾ ਕਿਸੇ ਢੰਗ ਦੇ ਨਾਲ ਇਹ ਕਿਤੇ ਬੱਚੇ ਨੂੰ ਜਣ ਸਕੇ, ਇਹ ਆਪ ਵੀ ਬਚੀ ਰਹੇ। ਸੋ ਇਸ ਤਰੀਕੇ ਦੀ ਹਾਲਤ ਵਿੱਚੋਂ ਲੋਕ ਗੁਜ਼ਰਦੇ। ਹਾਲਤ ਇਹ ਹੁੰਦੀ, ਮਤਲਬ ਅਮੂਮਨ
ਮਾਵਾਂ ਬੱਚੇ ਨੂੰ ਜਨਮ ਦਿੰਦਿਆਂ ਹੋਇਆਂ ਗੁਜ਼ਰ ਜਾਂਦੀਆਂ, ਬੱਚੇ ਵੀ ਗੁਜ਼ਰ ਜਾਂਦੇ, ਕਈ ਵਾਰੀ ਬੱਚੇ ਬਚ ਜਾਂਦੇ, ਮਾਵਾਂ ਨਾ ਬਚਾ ਪਾਉਂਦੇ। ਇਹੋ ਜਿਹੇ ਜੀਵਨ ਬੜੇ ਮਾਂ ਮਿੱਟਰ ਬੱਚਿਆਂ ਦੀਆਂ ਤੁਸੀਂ ਪਿੱਛੇ ਪੜ੍ਹ ਕੇ ਦੇਖੋ, ਸਾਰਾ ਆਪਣੀ ਪੁਰਖਿਆਂ ਦੇ ਪਿੱਛੇ ਝਾਤ ਮਾਰ ਕੇ ਦੇਖੋ, ਤੁਹਾਨੂੰ ਕਿੰਨਾ ਕੁਝ ਨਜ਼ਰ ਆ ਜਾਏਗਾ। ਸੋ ਇਹ ਹਾਲਾਤ ਸੀਗੇ ਘਰਾਂ ਥਾਵਾਂ ਦੇ ਵਿੱਚ। 8-8 10-10 ਬੱਚੇ ਆਮ ਘਰਾਂ ਵਿੱਚ ਹੁੰਦੇ ਸੀਗੇ, ਕਿਉਂਕਿ ਪਤਾ ਹੀ ਨਹੀਂ ਗਾ ਕਿੰਨੇ ਬਚਣਾ ਕਿੰਨੇ ਨਹੀਂ ਬਚਣਾ। ਇਸ ਕਿਸਮ ਦੀ ਜੀਵਨ ਯਾਪਨ ਹੁੰਦਾ ਸੀਗਾ। ਪਰ ਹਾਂ, ਇਸ ਨੂੰ ਚੀਜ਼ ਨੂੰ ਵੀ ਦੇਖ ਲੈਣਾ। ਅੱਜ ਅਸੀਂ ਨਾ ਹੋਲਿਸਟਿਕ ਹੀਲਿੰਗਸ ਦੇ ਨਾਲ, ਮੈਂ ਕੁਝ ਸਮਾਂ ਉਹਨਾਂ ਦਾ ਦੇਖਿਆ, ਉਹਨਾਂ ਦੇ ਨਾਲ ਕੰਮ ਕੀਤਾ, ਉਹ ਸਾਰੇ ਰੂਪ ਨੂੰ ਅਸੀਂ ਪੜ੍ਹਿਆ ਉਸ ਢੰਗ ਦੇ ਨਾਲ। ਅਤੇ ਜਿਹੜਾ ਹੋਲਿਸਟਿਕ ਅਪਰੋਚ ਅੱਜ ਕੱਲ੍ਹ ਦੀ ਬੜੀ ਗੱਲ ਹੋ ਰਹੀ ਹੈ, ਜਿਹੜਾ ਜੀਵਨ ਧਰਤੀ 'ਤੇ ਆਮਦ ਲੈਂਦਾ ਆ, ਹੈ ਤੇ ਐਕਚੁਅਲੀ ਇੱਕ ਬਹੁਤ ਟਾਈਨੀ ਸਪੈਕ, ਯੂ ਕੈਨ ਸੇ ਟਾਈਨੀ ਦੈਨ ਏ ਡਸਟ ਬਾਲ। ਇੰਨਾ ਕੁ ਸਿਰਫ ਉਹ ਜਿਹੜਾ ਸੀਡ ਆ ਉਹਨੇ ਜੀਵਨ 'ਚ ਕਨਵਰਟ ਹੋਣਾ ਹੈ। ਉਸ ਸੀਡ ਦੇ ਵਿੱਚ ਹੀ ਸਭ ਕੁਛ ਹੈ, ਉਹਦੇ ਵਿੱਚ ਹੀ ਉਹਦਾ ਆਉਣ ਵਾਲੇ ਸਮੇਂ ਦਾ ਕੋਈ ਸਿਆਣਾ ਬੰਦਾ, ਡਾਕਟਰ, ਇੰਜੀਨੀਅਰ, ਮਾਂ ਬਾਪ, ਸਭ ਕੁਛ ਉਹ ਸੀਡ ਹੀ ਲੈ ਕੇ ਆ ਰਿਹਾ। ਉਹਦੇ ਵਿੱਚ ਹੀ ਹਰ ਤਰ੍ਹਾਂ ਦੀ ਉਹਦੀ ਫਿਜ਼ੀਕਲ ਅਤੇ ਮੈਂਟਲ ਐਬਿਲਿਟੀ ਆ ਰਹੀ ਹੈ, ਉਹਦੇ ਵਿੱਚ ਹੀ। ਪਰ ਚੇਤੇ ਰੱਖਿਆ ਜੇ ਉਸੇ ਸੀਡ ਨੂੰ ਜਿਹੜਾ এনवायरमेंट ਆ, ਅਤੇ ਸਭ ਤੋਂ ਵੱਡਾ এনवायरमेंट ਉਸ ਵੂਮ ਦਾ, ਉਸ ਭੱਠੀ ਦਾ, ਜਿਹਦੇ ਵਿੱਚ ਉਹਨੇ ਢਲ ਕੇ ਇੱਕ ਨਵੇਂ ਜੀਵਨ ਦੇ ਰੂਪ ਵਿੱਚ ਕਨਵਰਟ ਹੋਣਾ, ਫੀਟਸ ਦੇ ਰੂਪ ਦੇ ਵਿੱਚ, ਉਹ ਡਿਪੈਂਡ ਕਰਦਾ। ਮੋਸਟਲੀ ਮੰਨਿਆ ਜਾਂਦਾ ਆ, ਜਦੋਂ ਅੱਜ ਅਸੀਂ ਦੇਖ ਰਹੇ ਹਾਂ, ਜਿਸ ਸਮੇਂ 'ਚੋਂ ਲੰਘ ਰਹੇ ਹਾਂ, ਤੁਸੀਂ ਇੱਕ ਵਰਡ ਸੁਣਿਆ ਹੋਣਾ, ਔਟਿਜ਼ਮ, ਔਟਿਸਟਿਕ ਕਿਡਸ। ਮਤਲਬ ਇਹ ਨਿਊ ਰਿਐਲਿਟੀ ਹੈ। ਪੂਰੇ ਦਾ ਪੂਰਾ ਔਟਿਜ਼ਮ ਡਿਪਾਰਟਮੈਂਟ ਬਣ ਗਏ ਨੇ ਇਹਨਾਂ ਮੁਲਕਾਂ ਦੇ ਵਿੱਚ। ਹਰ ਦੂਸਰਾ ਤੀਸਰਾ ਬੱਚਾ ਤੁਹਾਨੂੰ ਔਟਿਸਟਿਕ ਸਾਇੰਸ ਦੇ ਨਾਲ ਮਿਲ ਰਿਹਾ ਇੱਥੇ। ਇਸ ਤਰੀਕੇ ਨਾਲ ਔਟਿਜ਼ਮ ਬਾਰੇ ਇੰਨੀ ਅਵੇਅਰਨੈਸ ਜਨਰੇਟ ਕੀਤੀ ਜਾ ਰਹੀ ਹੈ। ਆਹ ਚੀਜ਼ਾਂ ਇੱਕ ਦੀ ਗੱਲ ਕੀਤੀ ਹੈ ਮੈਂ। ਇਸ ਤੋਂ ਬਾਅਦ ਤੁਸੀਂ ਲੱਗੇ ਆਓ, ਤੁਸੀਂ ਘਰਾਂ ਥਾਵਾਂ 'ਤੇ ਨਾਮ ਸੁਣੇ ਹੋਣਗੇ ਇਹੋ ਜਿਹੀਆਂ ਚੀਜ਼ਾਂ ਦੇ। ਇਹ ਬੱਚਾ AD ਹੈ, ਇਹ ਬੱਚਾ ADHD ਹੈ, ਇਹ ਬੱਚਾ OCD ਹੈ। ਇਹ ਸਾਰੇ ਮੈਂਟਲ ਹੈਲਥ ਦੇ ਵੱਖਰੇ ਵੱਖਰੇ ਡਾਇਗਨੋਸਿਸ ਨੇ। ਦਵਾਈਆਂ ਖਾਧੀਆਂ ਜਾ ਰਹੀਆਂ। ਲੋਕ ਕਹਿੰਦੇ ਬ੍ਰੇਨ ਦੇ ਆਪਰੇਸ਼ਨ ਕਰੋ, ਆਹ ਸਭ ਚੀਜ਼ਾਂ ਕਰੋ। ਇਹ ਕਿੱਥੋਂ ਆ ਗਈਆਂ? ਇੱਕਦਮ ਚੀਜ਼ਾਂ ਐਵੇਂ ਨਹੀਂ। ਅਸਲ 'ਚ ਕਾਰਨ ਇਹ ਹੋਇਆ ਕਿ ਮੈਡੀਕਲ ਇੰਟਰਵੈਂਸ਼ਨ ਦੇ ਨਾਲ ਸਭ ਚੀਜ਼ਾਂ ਚਲੋ ਵਾਜਬ ਲੱਗਦੀਆਂ ਕਿ ਅਸੀਂ ਜਾਨਾਂ ਬਚਾ ਲਈਆਂ, ਉਮਰ ਲੰਮੀ ਕਰ ਲਈ, ਪਰ ਕੁਝ ਚੀਜ਼ਾਂ ਕੁਦਰਤ ਦੇ ਵਿੱਚ ਆਪਣੇ ਆਪ ਵਿੱਚ ਇਵੋਲਵ ਹੁੰਦੀਆਂ ਸੀਗੀਆਂ। ਉਹ ਜਿਹੜੀ ਕੁਦਰਤ ਦੀ ਇਵੋਲਵ ਕਰਨ ਵਾਲਾ ਕੌਨਸੈਪਟ ਸੀਗਾ, ਉਹ ਘਟ ਗਿਆ। ਹੁਣ ਤੁਸੀਂ ਦੇਖੋ ਘਰਾਂ ਥਾਵਾਂ ਦੇ ਵਿੱਚ ਜਿਹੜਾ ਡੇ ਬਾਈ ਡੇ ਇਤਨੇ ਸਾਧਨ ਸੰਸਾਧਨ ਵੱਧ ਗਏ, ਪਰ ਇਹਦੇ ਬਾਵਜੂਦ ਵੀ ਜਿਸ ਤਰੀਕੇ ਦੀ ਐਬਿਲਿਟੀ ਹੁੰਦੀ ਸੀ ਆਮ ਲੋਕਾਂ ਦੇ ਟ੍ਰੈਡੀਸ਼ਨਲ ਵੇ ਨਾਲ, ਉਹ ਘਟਦੀ ਜਾ ਰਹੀ ਹੈ। ਕਾਮਨ ਸੈਂਸ ਘਟਦੀ ਜਾ ਰਹੀ ਹੈ। ਉਹਨਾਂ ਦੀ ਵਾਈਜ਼ਰ ਜਿਹੜਾ ਕਹਿ ਲਓ ਕਿ ਇੱਕ ਕਿਰਦਾਰ ਹੁੰਦਾ ਸੀਗਾ, ਉਹ ਘਟਦਾ ਜਾ ਰਿਹਾ ਹੈ। ਇਹ ਸਾਰੇ ਦਾ ਕਾਰਨ ਇਹੋ ਹੀ ਬਣ ਰਿਹਾ ਹੈ, ਕਿਉਂਕਿ ਜਿਹੜਾ ਉਹ ਜਿਨ੍ਹਾਂ ਨੇ ਜਿਸ ਵੂਮ ਨੇ ਉਸ ਨੂੰ ਜਨਮ ਦੇਣਾ, ਜਿਸ এনवायरमेंट ਨੂੰ ਲੈ ਕੇ ਆਉਣਾ ਆ, ਉਹੀ ਨਹੀਂ ਰਹਿ ਗਿਆ। ਸੀਡ ਨੂੰ ਉਹ ਮਿੱਟੀ ਨਹੀਂ ਮਿਲ ਰਹੀ ਜਿਹੜੀ ਮਿੱਟੀ 'ਚ ਉਹਨੇ ਗਰੋ ਕਰਨਾ ਉਸ ਰੂਪ ਦੇ ਵਿੱਚ। ਸੀਡ ਉਸ ਰੂਪ ਵਿੱਚ ਆ ਨਹੀਂ ਰਿਹਾ। ਇਹ ਸਾਰੀਆਂ ਚੀਜ਼ਾਂ ਆਮਦ ਲੈ ਰਹੀਆਂ। ਇੱਥੇ ਜੋ ਕਵੀ ਜੀ ਬਾਤ ਕਰ ਰਹੇ ਨੇ, ਇੱਕ ਦੰਪਤਿਆ ਜੀਵਨ ਜੀ ਰਹੇ ਨੇ ਦੋ, ਇੱਕ ਕਪਲ ਦੇ ਰੂਪ ਦੇ ਵਿੱਚ, ਬਾਬਾ ਕਾਲੂ ਜੀ ਤੇ ਜਗਤ ਮਾਤਾ ਤ੍ਰਿਪਤਾ ਜੀ। ਖਾਹਸ਼ ਹੁਣ ਕੀਤੀ ਜਾ ਰਹੀ ਹੈ ਔਲਾਦ ਦੀ। ਪਹਿਲਾਂ ਇਹ ਖਾਹਸ਼ ਬੰਦੇ ਦੀ ਸੁਰਤ 'ਚ ਜਨਮ ਲੈਂਦੀ ਹੈ, ਫਿਰ ਉਹ ਬਾਇਓਲੋਜੀਕਲ ਐਕਟ ਉਹਦੇ 'ਚ ਆਪਣਾ ਰੋਲ ਪਲੇ ਕਰਦਾ, ਅਤੇ ਅਲਟੀਮੇਟਲੀ ਫਿਰ ਮਦਰ ਨੇਚਰ ਆਪਣੇ ਤਰਸ ਦੇ ਘਰ ਵਿੱਚ ਆਉਂਦੀ ਹੈ, ਅਤੇ ਉਸ ਵਿਹੜੇ, ਉਸ ਗ੍ਰਹਿ ਦੇ 'ਚ ਇੱਕ ਨਵ ਜੀਵਨ ਦੀ ਆਮਦ ਹੁੰਦੀ ਹੈ। ਕਵੀ ਜੀ ਨੇ ਕਿਹਾ, ਪਲੇਠੀ ਔਲਾਦ ਵਾਸਤੇ ਇਹ ਪਰਿਵਾਰ, ਇਹ ਖਾਸ ਕਰਕੇ ਦੰਪਤਿਆ ਜੀਵਨ ਜੀਣ ਵਾਲਾ ਦੰਪਤੀ ਜਿਹੜਾ ਆ, ਉਹ ਆਪਣੀ ਸੁਰਤ 'ਚ ਹੁਣ ਸੋਚਣ ਲੱਗ ਗਿਆ ਹੈ ਜੀ। ਸਾਧਵੀ ਗਰਭ ਧਰਨ ਪੁਨ ਕੀਨਾ, ਜਨਮੀ ਤਨਿਆ ਸਮਤ ਪਰਬੀਨਾ। ਸਮਾਂ ਪਾ ਕੇ ਇਸ ਸਾਧੂ ਬਿਰਤੀ ਨੇ, ਇਸ ਜਗਤ ਮਾਤਾ ਨੇ ਗਰਭ ਪੁਨ ਕੀਨਾ, ਇਸਨੇ ਗਰਭ ਧਾਰਨ ਕੀਤਾ। ਨਵ ਜੀਵਨ ਦੀ ਆਸ ਇਹਦੇ ਸਰੀਰ ਵਿੱਚ ਆਮਦ ਲੈਂਦੀ ਹੈ। ਫਿਰ ਹੋਇਆ ਇਹ ਕਿ ਸਭ ਕੀ ਦਈ, ਜੋ ਉਸ ਤੋਂ ਜਨਮੀ ਜਨਮੀ ਤਨਿਆ ਸੁਮਤ ਪ੍ਰਬੀਨਾ। ਫਿਰ ਉੱਥੇ ਇੱਕ ਬੜੀ ਪ੍ਰਬੀਨ ਤੇ ਸੁਮਤ ਵਾਲੀ ਇੱਕ ਤੰਨਿਆ ਤੱਤੇ ਨੂੰ ਰਿਪਲੇਸ ਕਰਕੇ ਕੱਕੇ ਦੇ ਨਾਲ ਕੰਨਿਆ ਜਨਮ ਲੈਂਦੀ ਹੈ। ਮੈਂ ਆਸ ਕਰਦਾ ਸੀਗਾ ਕਿ ਥੋੜ੍ਹੀ ਜਿਹੀ ਡਿਟੇਲ ਹੋਏਗੀ, ਪਰ ਇਹਦੇ 'ਚ ਹੈ ਨਹੀਂ ਡਿਟੇਲ, ਕਵੀ ਜੀ ਨੇ ਦਿੱਤੀ ਨਹੀਂ। ਕਿ ਪਰ ਟੂਕ ਮਾਤਰ ਬੇਨਤੀ ਕਰਾਂ, ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਨਕੇ ਸੀਗੇ ਚਾਹਲ ਪਿੰਡ, ਅਤੇ ਪੰਜਾਬ ਦੀਆਂ ਜਿਹੜੀਆਂ ਟਰਡੀਸ਼ਨ ਰਹੀਆਂ ਨੇ ਪੁਰਾਣੀਆਂ, ਉਹਨਾਂ ਵਿੱਚ ਬੀਬੀਆਂ ਅਕਸਰ ਖਾਸ ਕਰਕੇ ਜਦੋਂ ਨਵੀਂ ਵਿਆਹੀ ਘਰ ਵਿੱਚ ਨੂੰਹ ਆਉਂਦੀ ਸੀ, ਅਤੇ ਜਦੋਂ ਉਹ
ਪਲੇਠੇ ਬੱਚੇ ਨੂੰ ਜਨਮ ਦੇਣਾ ਹੁੰਦਾ ਸੀ ਤੇ ਉਹ ਪੇਕੇ ਘਰ ਚਲੀ ਜਾਂਦੀ ਸੀ। ਮੋਸਟਲੀ ਪੇਕੇ ਘਰ ਉਹ ਪਹਿਲੇ ਬੱਚੇ ਨੂੰ ਜਨਮ ਦਿੰਦੀ ਸੀ, ਪਲੇਠਾ ਬੱਚਾ ਪੇਕੇ ਘਰ ਜੰਮਦਾ ਸੀਗਾ, ਇਹ ਰਵਾਇਤ ਸੀਗੀ ਇੱਥੇ। ਸੋ ਜਿਹੜਾ ਪਲੇਠਾ ਬੱਚਾ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੀ ਝੋਲੀ ਵਿੱਚ ਆਮਦ ਲੈਂਦਾ ਹੈ, ਇਹ ਆਮਦ ਲੈਂਦਾ ਚਾਹਲ ਪਿੰਡ ਦੇ ਵਿੱਚ। ਭਾਵ ਮਾਂ ਤ੍ਰਿਪਤਾ ਚਾਹਲ ਆਪਣੇ ਪੇਕੇ ਘਰ ਚਲੀ ਗਈ, ਇੱਥੇ ਬੱਚੀ ਦਾ ਜਨਮ ਹੋਇਆ। ਜਿਹਦਾ ਜਨਮ ਹੋਇਆ ਉਹ ਨਾਨਕੇ ਘਰ ਜਨਮੀ, ਜੋ ਬੇਬੇ ਨਾਨਕੀ ਜੀ ਨੇ, ਇਹਨਾਂ ਦਾ ਜਨਮ ਹੀ ਨਾਨਕੇ ਘਰ ਦਾ ਆ। ਅੱਗੇ ਜਾ ਕੇ ਕਵੀ ਜੀ ਨੇ ਦੀ ਕੋਈ ਡਿਟੇਲ ਨਹੀਂ ਦੇਣੀ ਸਾਨੂੰ, ਪਰ ਨਾ ਮਾਤਰ ਮੈਂ ਛੋਟੀ ਜਿਹੀ ਇੱਥੇ ਬੇਨਤੀ ਕਰਦੇ ਹਾਂ ਕਿ ਧੀਆਂ ਦੇ ਬਾਬਤ ਹੁਣ ਤੇ ਖੈਰ ਲੋਕਾਂ ਨੇ ਬੜਾ ਕੁਝ ਇਹਦੇ ਉੱਤੇ ਕਿਹਾ ਹੈ, ਫੈਮਿਨਨ ਵੈਲਿਊਜ਼ ਦੀਆਂ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਈਵਨ ਅਮਰੀਕਨ ਇਲੈਕਸ਼ਨ ਹੋ ਰਿਹਾ, ਇਹਦੇ ਵਿੱਚ ਜਿਹੜੀਆਂ ਫੈਮਿਨਨ ਵੈਲਿਊਜ਼ ਨੇ, ਵਿਮਨ ਰਾਈਟਸ ਨੇ, ਇਹਦੇ ਉੱਤੇ ਬੜੀ ਵੱਡੀ ਡਿਬੇਟ ਹੋ ਰਹੀ ਇਸ ਸਮੇਂ। ਪਰ ਸਾਡੇ ਆਮ ਬੋਲਬਾਣੀ ਦੇ ਵਿੱਚ ਬੱਚੀਆਂ ਬਾਰੇ, ਔਰਤਾਂ ਬਾਰੇ ਸਾਡੀ ਰਾਏ ਇਹ ਹੁੰਦੀ ਹੈ ਕਿ ਅਸੀਂ ਉਹਨਾਂ ਬਾਰੇ ਕਹਿੰਦੇ ਹਾਂ, ਜਦੋਂ ਆਪਣੇ ਉਹ ਕਹਿ ਲਓ ਮਾਂ ਬਾਪ ਦੇ ਘਰ ਵਿੱਚ ਬੱਚੀ ਪਲ ਰਹੀ ਹੈ, ਤੇ ਅਸੀਂ ਇਹ ਕਹਿੰਦੇ ਹਾਂ ਇਹ ਨਾ ਬਗਾਨੀ ਅਮਾਨਤ ਹੈ, ਪਾਲ ਅਸੀਂ ਰਹੇ ਹਾਂ, ਲੈ ਕਿਸੇ ਹੋਰ ਨੇ ਜਾਣੀ, ਇਹ ਬਗਾਨੀ ਅਮਾਨਤ ਹੈ। ਬੱਚੀ ਬਾਰੇ ਇਹ ਅਕਸਰ ਕਿਹਾ ਜਾਂਦਾ। ਅੱਛਾ, ਜਦੋਂ ਪਲ ਕੇ ਵਿਆਹ ਕੇ ਦੂਜੇ ਘਰ ਚਲੀ ਜਾਂਦੀ ਹੈ ਤੇ ਦੂਜੇ ਘਰ ਨੂੰ ਪਤਾ ਕੀ ਹੈ, ਕੀ ਕਿਹਾ ਜਾਂਦਾ? ਇਹ ਬਗਾਨੀ ਧੀ ਹੈ। ਅੱਛਾ, ਆਪਣੇ ਘਰ ਦੇ ਵਿੱਚ ਉਹ ਬਗਾਨੀ ਅਮਾਨਤ ਹੈ, ਦੂਜੇ ਘਰ 'ਚ ਪਰਾਈ ਜਿਹੜੀ ਹੈ, ਆਪਣੇ ਘਰ 'ਚ ਪਰਾਈ ਅਮਾਨਤ ਹੈ, ਦੂਜੇ ਘਰ 'ਚ ਬਗਾਨੀ ਧੀ ਹੈ। ਮੈਂ ਸੋਚਦਾ ਹਾਂ ਉਹਦਾ ਆਪਣਾ ਕੀ ਹੈ? ਉਹਦਾ ਆਪਣਾ ਕੁਛ ਵੀ ਨਹੀਂ, ਕੋਈ ਵਜੂਦ ਨਹੀਂ ਉਹਦਾ। ਆਹ ਸੁਸਾਇਟੀ ਦੀ ਸਭ ਤੋਂ ਵੱਡੀ ਮੁਸ਼ਕਲ ਹੈ। ਸੁਸਾਇਟੀ ਐਵੇਂ ਨਹੀਂ ਅਸਲ ਦੇ 'ਚ ਗਰਕ ਹੋਣ ਵਾਲੀ ਹੋਈ ਹਾਲਤ ਹੋਈ। ਮਤਲਬ ਤੁਸੀਂ ਇਸ ਚੀਜ਼ ਨੂੰ ਦੇਖੋ ਉਸ ਰੂਪ ਦੇ ਵਿੱਚ, ਜਿਹੜਾ ਅਸੀਂ ਮਾੜੀ ਜੀ ਬੰਦਿਆਂ ਦੀ ਆਪਸੀ ਕੋਈ ਮੁਸ਼ਕਲ ਤਕਲੀਫ ਹੋਈ ਤੇ ਬੰਦੇ ਪੁਣਨਾ ਕਿਹਨੂੰ ਸ਼ੁਰੂ ਕਰਦੇ ਨੇ? ਆਪਣੀਆਂ ਜਾਂ ਦੂਜੇ ਦੀਆਂ ਮਾਵਾਂ ਭੈਣਾਂ ਨੂੰ। ਦੇਖੋ ਤੁਸੀਂ, ਇਹ ਕੀ ਹੈ? ਇਹ ਕੀ ਮਾਨ ਸਕਤਾ ਹੈ ਭਾਈ ਤੇਰੀ? ਪ੍ਰੋਬਲਮ ਬੀਇੰਗ ਏ ਮਰਦ, ਬੀਇੰਗ ਏ ਕਹਿ ਲਓ ਕਿ ਇੱਕ ਪੁਰਖ ਦੇ ਰੂਪ ਵਿੱਚ, ਮੇਲ ਦੇ ਰੂਪ ਵਿੱਚ ਤੇਰੀ ਹੈ, ਤੇ ਇਸਤਰੀਵਾਦੀ ਇਹ ਤੇਰੀ ਬੋਲਬਾਣੀ ਗਾਲਾਂ ਦਾ ਲਹਿਜ਼ਾ ਕਿੱਥੋਂ ਆ ਗਿਆ ਤੇਰੇ ਵਿੱਚ? ਇਹ ਸਾਡੀ ਪ੍ਰਵਿਰਤੀ, ਇਹੀ ਮਾਰੂ ਪ੍ਰਵਿਰਤੀ ਹੈ। ਅਸੀਂ ਕਹਿੰਦੇ ਹਾਂ ਕਿਤੇ ਰੱਬ ਬਾਹਰੋਂ ਸੱਟਾਂ ਮਾਰਨ ਵਾਸਤੇ ਆਉਂਦਾ, ਆਹੀ ਸਜ਼ਾ ਆ। ਇਹ ਸਜ਼ਾ ਹਜ਼ਾਰਾਂ ਸਾਲ ਉਸ ਖਿੱਤੇ 'ਚ ਲੋਕਾਂ ਨੇ ਭੁਗਤੀ। ਟਕੇ ਟਕੇ ਇਸ ਖਿੱਤੇ ਦੀ ਪੱਤ ਵਿਕੀ। ਗਜਨੀ, ਕੰਧਾਰ, ਕਾਬਲ, ਤੁਖਾਰਾ, ਬੁਖਾਰਾ ਇਹਦੇ ਬਾਜ਼ਾਰਾਂ ਦੇ ਵਿੱਚ। ਮੁੜ ਕੇ ਜੇ ਕਿਤੇ ਸਾਹ ਆਉਣ ਲੱਗਾ, ਅੰਗਰੇਜ਼ ਆ ਗਏ, ਡਿਵਾਈਡ ਐਂਡ ਰੂਲ ਦਾ ਉਹ ਕੌਨਸੈਪਟ ਲਿਆ ਕੇ ਉਹਨਾਂ ਨੇ ਉੱਥੇ ਪਾਇਆ ਕਿ ਅੱਜ ਦੇਖ ਲਓ ਤੁਸੀਂ, ਉਦੋਂ ਤੋਂ ਲੈ ਕੇ ਤੇ ਅੱਜ ਤੱਕ ਆ ਜਾਓ। ਕੋਈ ਹਾਲਤ ਹੀ ਨਹੀਂ ਹੈ। ਇੱਕ ਅਜੀਬ ਤਰ੍ਹਾਂ ਦੀ ਇੰਪਲਸ ਬਿਲਟ ਕਰ ਦਿੱਤੀ ਉਸ ਸਮਾਜ ਦੇ ਵਿੱਚ, ਉਸ ਨੂੰ ਕਿਸੇ ਲਹਿਜੇ ਨਾਲ ਤੋੜਿਆ ਨਹੀਂ ਜਾ ਸਕਦਾ। ਖੈਰ, ਜਿਹੜੀ ਬੇਨਤੀ ਨਾ ਮਾਤਰ ਕਰ ਰਿਹਾ, ਹੋਇਆ ਇਹ ਕਿ ਇਹ ਪਲੇਠਾ ਬੱਚਾ ਚਾਹਲ ਪਿੰਡ ਦੇ ਵਿੱਚ, ਜੋ ਕਿ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਜਨਮ ਲੈਂਦਾ ਹੈ ਤੇ ਬੇਦੀ ਖਾਨਦਾਨ ਦੀ ਮਾਤਾ ਤ੍ਰਿਪਤਾ ਜੀ ਨੂੰਹ ਨੇ, ਜਦੋਂ ਬੱਚੀ ਦੀ ਆਮਦ ਹੋ ਗਈ ਤੇ ਆਮ ਘਰਾਂ ਦੇ ਵਿੱਚ ਇੱਕ ਵੱਡਾ ਡਰ ਹੁੰਦਾ ਕਿ ਬੇਟੀ ਨੇ ਜੇ ਪਹਿਲੇ ਬੱਚੇ ਨੂੰ ਜਨਮ ਦੇਣਾ ਤੇ ਪਹਿਲਾਂ ਬਸ ਮੁੰਡਾ ਹੀ ਹੋ ਜਾਏ। ਬਸ ਜੇ ਮੁੰਡਾ ਹੋ ਜਾਏ ਤੇ ਬੇਟੀ ਦਾ ਘਰ ਵਿੱਚ ਵਸਣਾ ਸੌਖਾ ਹੋ ਜਾਏਗਾ। ਜੇ ਕਿਤੇ ਬੇਟੀ ਦੇ ਘਰ ਬੇਟੀ ਹੋ ਗਈ ਤੇ ਪਤਾ ਨਹੀਂ ਸਹੁਰਾ ਪਰਿਵਾਰ ਕਿਵੇਂ ਰਿਐਕਟ ਕਰੇਗਾ। ਅੱਜ ਤੱਕ ਇਹ ਹਾਲਤ ਆ। ਟ੍ਰੈਡੀਸ਼ਨਲ ਵੇ ਨਾਲ ਤੁਸੀਂ ਝਾਤ ਮਾਰ ਕੇ ਦੇਖੋ, ਉੱਥੇ ਤੇ ਬੇਟੀਆਂ ਦੀ ਥਾਂ ਹੀ ਕੀ ਸੀ? ਬੇਟੀਆਂ ਦੇ ਪੱਥਰ ਬਣਦੇ ਸੀ। ਲੋਕ ਕਹਿੰਦੇ ਸੀ ਦੱਸੋ ਇਹਨਾਂ ਦਾ ਕਰਨਾ, ਇਹਨਾਂ ਦੇ ਸ਼ਤੀਰ ਪਾਉਣੇ ਨੇ, ਬੇਟੀ ਕਾਹਦੇ ਲਈ ਚਾਹੀਦੀ? ਪੁੱਤਰ ਚਾਹੀਦਾ। ਕਿਉਂ? ਕਿਉਂਕਿ ਕਹਿੰਦੇ ਵੀ ਮਤਲਬ ਘੋੜ ਤੇ ਭੇਡ ਦੋਵੇਂ ਪਾਲਣੇ ਨੇ। ਭੇਡ ਪਾਲੋਗੇ ਤੇ ਉਹ ਕਿਸੇ ਦੇ ਗਲ ਲਾਓਗੇ, ਘੋੜ ਪਾਲੋਗੇ ਤਾਂ ਘਰ ਦਾ ਕੰਮ ਕਰੇਗਾ, ਉਹ ਤੇ ਹਲ ਵਾਹੇਗਾ, ਉਹ ਤੇ ਚਾਹੀਦਾ, ਪੁੱਤ ਚਾਹੀਦਾ। ਸੋ ਇਸ ਕਿਸਮ ਦੀ ਫਿਤਰਤ ਹੁੰਦੀ ਅਜੇ ਤੱਕ ਵੀ। ਤੁਸੀਂ ਦੇਖੋ ਇਸ ਰੂਪ ਦੇ ਅੰਦਰ। ਮੈਂ ਕਈ ਵਾਰੀ ਕੋਡ ਕਰਦਾ, ਡਾਕਟਰ ਸ਼ਮਿੰਦਰ ਕੌਰ ਪਟਿਆਲੇ ਵਾਲੇ, ਉਹਨਾਂ ਨੇ ਬੁੱਕ ਲਿਖੀ ਅਤੇ ਪੂਰੀ ਉਹਨਾਂ ਨੇ ਬੜੀਆਂ ਸਟੋਰੀਜ਼ ਡਿਫਰੈਂਟ ਵੇ ਨਾਲ ਲੋਕਾਂ ਤੋਂ ਕਲੈਕਟ ਕੀਤੀਆਂ। ਅਤੇ ਉਹ ਕਹਿੰਦੇ ਮੈਂ ਉੱਥੇ ਸਰਕਾਰੀ ਹੌਸਪੀਟਲ ਸੀਗੇ ਅਤੇ ਪਰਿਵਾਰ ਆ ਗਿਆ ਅਤੇ ਉਹਨਾਂ ਨੇ ਜਿਹੜਾ ਆ CT ਸਕੈਨ ਕਰਵਾਇਆ ਅਤੇ ਬੱਚੀ ਸੀ ਕੁੱਖ ਦੇ ਵਿੱਚ, ਅਤੇ ਬਜ਼ੁਰਗ ਬਾਬਾ, ਅਤੇ ਉਹ ਮੇਰੇ ਕੋਲ ਖੂਬ ਸਾਰੇ ਪੈਸੇ ਲੈ ਕੇ ਆ ਗਿਆ ਅਤੇ ਕਹਿੰਦਾ ਵੀ ਡਾਕਟਰ ਸਾਹਿਬ, ਇਸ ਜਿਹੜਾ ਹੈਗਾ ਜਿਹੜੀ ਅਣਜਨਮੀ ਬੱਚੀ ਹੈ ਭਰੂਣ ਦੇ ਰੂਪ ਵਿੱਚ, ਇਹਨੂੰ ਅਬੋਰਟ ਕਰ ਦਿਓ, ਇਹਦਾ ਅਬੋਰਸ਼ਨ ਕਰ ਦਿਓ। ਉਹ ਕਹਿੰਦੀ ਮੈਨੂੰ ਗੁੱਸਾ ਚੜ੍ਹ ਗਿਆ।
ਮੈਂ ਕਿਹਾ ਬਾਬਾ ਸ਼ਰਮ ਕਰ ਕੁਛ, ਸਿਰ ਤੇ ਪੱਗ ਬੰਨੀ ਤੂੰ, ਉਮਰ ਦਰਾਜ਼ ਲੱਗਦਾ, ਸਿਆਣਾ ਲੱਗਦਾ, ਗੁਰਦੁਆਰਾ ਸਾਹਿਬ ਜਾਂਦਾ ਹੋਏਗਾ, ਪਾਠ ਕਰਦਾ ਹੋਏਗਾ, ਉਹ ਤੂੰ ਪਾਪ ਦਾ ਭਾਗੀ ਬਣਨ ਲੱਗਾ, ਮੈਨੂੰ ਵੀ ਕਹਿ ਰਿਹਾ ਹੈ। ਆਖਰਕਾਰ ਇਹ ਕੋਈ ਹਿਆ ਨਹੀਂ ਆਉਂਦੀ ਤੈਨੂੰ? ਐਵੇਂ ਦੀ ਗੱਲ ਕੀਤੀ ਕਿਵੇਂ? ਤੈਨੂੰ ਪਤਾ ਪੁਲਿਸ ਨੂੰ ਫੜਾਇਆ ਜਾ ਸਕਦਾ, ਕਰਾਇਆ ਜਾ ਸਕਦਾ। ਜਦੋਂ ਮੈਂ ਸਾਰਾ ਕੁਝ ਬੋਲ ਲਿਆ ਤੇ ਮੈਂ ਦੇਖਿਆ ਨਾ ਇਹਨੇ ਆਪਣੇ ਆਪ ਨੂੰ ਡਿਫੈਂਡ ਕੀਤਾ, ਨਾ ਇਹਨੇ ਮੇਰੀ ਗੱਲ ਦਾ ਗੁੱਸਾ ਕੀਤਾ, ਬਿਲਕੁਲ ਚੁੱਪ ਕਰਕੇ ਨੀਵੀਂ ਪਾ ਕੇ ਬੈਠਾ ਰਿਹਾ। ਤੇ ਮੈਂ ਧਿਆਨ ਨਾਲ ਦੇਖਿਆ, ਉਹਦੀਆਂ ਅੱਖਾਂ 'ਚੋਂ ਇੱਕ ਦੋ ਅੱਥਰਾਂ ਵੀ ਡਿੱਗ ਗਈਆਂ। ਮੈਂ ਕਿਹਾ ਬਾਬਾ ਮਾਫੀ ਚਾਹਾਂਗੀ, ਮੈਂ ਥੋੜ੍ਹਾ ਜ਼ਿਆਦਾ ਬੋਲ ਗਈ ਹਾਂ, ਪਰ ਕਿਹਾ ਤੇ ਮੈਂ ਸੱਚ ਹੀ ਆ ਨਾ, ਕੁਛ ਇਸ ਤਰੀਕੇ ਦਾ ਮੈਂ ਗਲਤ ਨਹੀਂ ਕਿਹਾ। ਤੇ ਉਹ ਜਦੋਂ ਮੈਂ ਉਹਦਾ ਐਵੇਂ ਹੱਥ ਫੜਿਆ ਬਾਬੇ ਦਾ ਸਰੂਪ ਦੇ ਵਿੱਚ, ਉਹ ਮੇਰੇ ਹੱਥ 'ਤੇ ਹੱਥ ਰੱਖ ਕੇ ਕਹਿੰਦਾ, ਧੀਏ ਤੂੰ ਸਾਰਾ ਆਪਣੇ ਵੱਲੋਂ ਸੱਚ ਕਿਹਾ, ਪਰ ਕਈ ਵਾਰੀ ਜੋ ਸੱਚ ਸਾਨੂੰ ਦਿਸਦਾ ਉਹ ਸੱਚ ਨਹੀਂ ਹੁੰਦਾ, ਸੱਚ ਉਸ ਤੋਂ ਕਿਤੇ ਵੱਡਾ ਹੁੰਦਾ ਹੈ। ਉਹ ਕਹਿੰਦੀ ਬਾਬਾ ਤੇਰਾ ਸੱਚ ਕੀ ਹੈ? ਚਲੋ ਮੇਰਾ ਸੱਚ ਤੇ ਸੱਚ ਨਹੀਂ, ਮੈਂ ਮੰਨ ਲੈਂਦੀ ਹਾਂ, ਪਰ ਤੂੰ ਕਿਹੜਾ ਸੱਚ ਦੱਸਣਾ ਚਾਹੁੰਦਾ? ਉਹਨੇ ਕਿਹਾ ਜਿਹਨੂੰ ਮੈਂ ਕਹਿ ਰਿਹਾ ਵਾਂ ਕਿ ਇਹ ਜਿਹੜੀ ਇਹਦੀ ਕੁੱਖ ਦੇ ਵਿੱਚ ਧੀ ਪਲ ਰਹੀ ਹੈ, ਇਹਦਾ ਅਬੋਰਸ਼ਨ ਕਰ ਦੇ, ਇਹ ਮੇਰੀ ਧੀ ਹੈ। ਇਹਨੂੰ ਬੜੀ ਮੁਸ਼ਕਿਲ ਨਾਲ ਘਰੋਂ ਵਿਆਹਿਆ ਸੀ, ਤੋਰਿਆ ਸੀਗਾ, ਤੇ ਇਹ ਇਹਦਾ ਚੌਥਾ ਬੱਚਾ ਆ। 3 ਬੇਟੀਆਂ ਆਲਰੇਡੀ ਇਹਦੇ ਕੋਲ ਹੈਗੀਆਂ ਨੇ, ਤੀਜੀ ਬੇਟੀ ਹੋਈ ਸੀ ਤੇ ਉਹਨਾਂ ਨੇ ਘਰੋਂ ਕੱਢਤਾ ਸੀ। ਇਹਨੂੰ ਕਿਹਾ ਸੀ ਇਹ ਦੋਨੋਂ ਬੇਟੀਆਂ ਲੈ ਤੇ ਆਪਣੇ ਘਰੋਂ ਜਾ, ਇੱਥੋਂ ਨਿਕਲ, ਤੂੰ ਨਹੀਂ ਚਾਹੀਦੀ ਸਾਡੇ ਘਰ ਦੇ ਵਿੱਚ, ਸਾਨੂੰ ਤੇ ਪੋਤਰਾ ਚਾਹੀਦਾ। ਤੇ ਕਹਿੰਦੇ ਉਹਨੂੰ ਕੱਢ ਦਿੱਤਾ। ਮੈਂ ਘਰੇ ਲਿਆ ਕੇ ਤਰਲਾ ਮਿੰਨਤ ਕਰਕੇ ਵਾਪਸ ਵਸਾਇਆ, ਤੇ ਇਸ ਸ਼ਰਤ 'ਤੇ ਮਨਾਇਆ ਉਹਨਾਂ ਨੇ ਕਿ ਚੌਥਾ ਪੋਤਰਾ ਹੋਏਗਾ ਤੇ ਤਾਂ ਰੱਖਾਂਗੇ। ਹੁਣ ਫਿਰ ਆਸ ਬਣੀ ਬੱਚੇ ਦੀ, ਤੇ ਆ ਕੇ ਇੱਥੇ ਸਿਟੀ ਸਕੈਨ ਕਰਾਇਆ ਹੈ ਤੇ ਪਤਾ ਲੱਗਾ ਧੀ ਹੈ। ਮੇਰੀ ਉਮਰ ਹੋ ਗਈ ਹੈ, 3 ਧੀਆਂ ਇਹਦੇ ਕੋਲ ਨੇ, ਚੌਥੀ ਧੀ ਹੈ ਮੇਰੀ, ਹੈ ਕਿੱਥੇ ਲੈ ਕੇ ਜਾਏਗੀ ਇਹ ਵਿਚਾਰੀ? ਤਾਂ ਆਇਆ ਵਾਂ, ਮਿੰਨਤ ਕਰਦਾ ਇਹਦਾ ਅਬੋਰਸ਼ਨ ਕਰ ਦੇ। ਦਿਸ ਇਜ਼ ਦ ਰਿਐਲਿਟੀ ਆਫ ਸੋਸਾਇਟੀ। ਜਿਨ੍ਹਾਂ ਸਮਾਜਾਂ 'ਚ ਇਹ ਹਾਲਤ ਹੋਏਗੀ, ਲੋਕੀ ਕਹਿੰਦੇ ਪਤਾ ਨਹੀਂ ਕਿਉਂ ਇੰਨਾ ਰੱਬ ਸਜ਼ਾ ਦੇ ਰਿਹਾ ਹੈ। ਉਹ ਭਲਿਓ ਅਮਲ ਵੀ ਤੇ ਵੇਖੋ, ਆਪਣੇ ਕਰਮ ਵੀ ਤੇ ਵੇਖੋ ਆਪਣੇ। ਅੱਛਾ, ਜਿਸ ਨੇ ਜਗਤ ਗੁਰੂ ਬਣਨਾ, ਇਹ ਦੇਖੋ ਐਵੇਂ ਦਾ ਐਕਟ ਨਹੀਂ ਗਾ। ਮਾਫੀ ਮੰਗਾਂਗਾ, ਅਸੀਂ ਤੇ ਗੁਰੂ ਨਾਨਕ ਸਾਹਿਬ ਦੀ ਹਸਤੀ ਨੂੰ ਵੀ ਨਹੀਂ ਪਹਿਚਾਨ ਪਾਏ ਕਈ ਵਾਰੀ। ਇਹ ਪਿੰਡ ਚਾਹਲ ਹੈ, ਮਾਤਾ ਤ੍ਰਿਪਤਾ ਆਪਣੇ ਪੇਕੇ ਘਰ ਦੇ ਵਿੱਚ ਹੈ। ਗ੍ਰਹਿ ਦੇ ਵਿਖੇ ਪਲੇਠਾ ਪਹਿਲੇ ਬੱਚੇ ਨੇ ਜਨਮ ਲਿਆ, ਤੇ ਬੱਚੇ ਦਾ ਜਨਮ ਹੋਇਆ ਬੇਟੀ ਦੇ ਰੂਪ ਦੇ ਵਿੱਚ। ਘਰ ਦੇ ਵਿੱਚ ਚੰਗੜਾਂ ਦਾ ਘਰ ਆ ਇਹ ਚੰਗੜ ਖਾਨਦਾਨ ਹੈ ਸਾਰਾ, ਜਿਹੜਾ ਨਾਨਕਾ ਪਰਿਵਾਰ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ। ਤੇ ਇਹਨਾਂ 'ਚ ਘਬਰਾਹਟ ਫੈਲੀ ਹੈ। ਘਬਰਾਹਟ ਇਹ ਹੋਈ ਹੈ ਵੀ ਪਤਾ ਨਹੀਂ ਬੇਦੀ ਕਿਵੇਂ ਰਿਐਕਟ ਕਰਨਗੇ, ਪਤਾ ਨਹੀਂ ਬਾਬਾ ਸ਼ਿਵਰਾਮ ਦਾ ਪਰਿਵਾਰ ਕਿਵੇਂ ਰਿਐਕਟ ਕਰੇਗਾ। ਤੇ ਖਾਸ ਕਰਕੇ ਘਰ ਦੀ ਸੁਆਣੀ ਬੀਬੀ ਬਨਾਰਸੀ ਦੇਵੀ ਇਸ ਨੂੰਹ ਨੂੰ ਦੁਬਾਰਾ ਆਪਣੇ ਘਰੇ ਵਿਹੜੇ ਥਾਂ ਵੀ ਦੇਗੀ ਕਿ ਨਹੀਂ ਦੇਗੀ। ਹੋ ਸਕਦਾ ਸੁਨੇਹਾ ਭੇਜੀਏ, ਤੁਹਾਡੀ ਨੂੰਹ ਨੇ ਪਲੇਠੀ ਧੀ ਨੂੰ ਜਨਮ ਦਿੱਤਾ, ਲੈਣ ਹੀ ਨਾ ਆਉਣ, ਕੀ ਕਰਾਂਗੇ? ਆਪ ਛੱਡ ਕੇ ਆਵਾਂਗੇ ਧੀ ਨੂੰ, ਉਹਦੇ ਘਰੇ ਹੋਏਗਾ ਕੀ? ਇਸ ਸਾਰੀ ਕਸ਼ਮਕਸ਼ ਨੂੰ ਵਿਰਾਮ ਕਰਦਿਆਂ ਹੋਇਆਂ ਬੀਬੀ ਬਨਾਰਸੀ ਦੇਵੀ ਦੇ ਵਿਹੜੇ ਦੇ ਵਿੱਚ ਇੱਧਰੋਂ ਧੰਨ ਗੁਰੂ ਨਾਨਕ ਮਹਾਰਾਜ ਦੀ ਨਾਨੀ ਨੇ ਕਹਿ ਲਓ, ਜਿਹੜੀ ਇਹ ਮਾਤਾ ਤ੍ਰਿਪਤਾ ਦੀ ਮਾਂ ਆ, ਇਹਨੇ ਲਾਗੀ ਭੇਜਿਆ ਬੇਬੇ ਬਨਾਰਸੀ ਦੇ ਕੋਲ ਤਲਵੰਡੀ, ਵੀ ਜਾ ਸੁਨੇਹਾ ਦੇ ਕੇ ਆ ਤੇ ਵਾਹ ਪਾ ਲੈ ਕੇ ਆ ਵੀ ਪਰਿਵਾਰ ਰਿਐਕਟ ਕਿਵੇਂ ਕਰਦਾ, ਪਤਾ ਤੇ ਲੱਗੇ। ਲਾਗੀ ਆਇਆ, ਲਾਗੀ ਨੂੰ ਕਿਹਾ ਤੂੰ ਰਾਤ ਨਾ ਰਹੀ, ਮੋਸਟਲੀ ਲਾਗੀ ਹੁੰਦੇ ਸੀ ਰਾਤ ਰਹਿੰਦੇ ਹੁੰਦੇ ਸੀਗੇ, ਤੂੰ ਕਿ ਮੁੜ ਆਈ ਛੇਤੀ, ਕਿਉਂਕਿ ਉਹਦਾ ਦਿਲ ਧੜਕ ਰਿਹਾ ਵੀ ਪਤਾ ਨਹੀਂ ਬਣੇਗਾ ਕੀ। ਲਾਗੀ ਆਇਆ, ਸੁਨੇਹਾ ਆਇਆ, ਬੀਬੀ ਬਨਾਰਸੀ ਦੇਵੀ ਨੇ ਆਏ ਨੂੰ, ਉਹਨੇ ਜਦੋਂ ਆ ਕੇ ਸੁਨੇਹਾ ਦਿੱਤਾ, ਉਸ ਨੂੰ ਮਿੱਠਾ ਖਾਣ ਲਈ ਦਿੱਤਾ, ਹੋਰ ਸਾਰੀ ਗੱਲਬਾਤ ਹੋਈ। ਤੇ ਕਿਆ ਲਾਗੀ ਕਾਹਲ ਕਾਹਦੀ ਹੈ ਤੈਨੂੰ, ਤੇਰੇ ਕਿਹੜਾ ਉੱਥੇ ਘਰ ਹੀ ਨਹੀਂ ਕਾਹਲ ਪਈ ਹੈ, ਰਹਿ ਤੂੰ ਕੱਲ ਨੂੰ ਚਲਾ ਜਾਈਂ। ਕਹਿੰਦਾ ਨਹੀਂ ਬੀਬੀ ਮੈਨੂੰ ਹੋਰ ਕੰਮ ਆ। ਬਹਾਨਾ ਲਾ ਕੇ ਲਾਗੀ ਉਸੇ ਦਿਨ ਵਾਪਸ ਨਿਕਲ ਗਿਆ। ਸ਼ਾਮ ਪੈਣ ਤੱਕ ਚਾਹਲ ਪਿੰਡ ਵਾਪਸ ਪਰਤਿਆ ਤੇ ਮਾਂ ਤ੍ਰਿਪਤਾ ਦੀ ਮਾਤਾ ਜੀ
ਉਹ ਵੇਖ ਰਹੇ ਨੇ, ਫਟਾਫਟ ਕਹਿ ਲਓ ਬਰੂਹਾਂ ਵੱਲ ਵੀ ਲਾਗੀ ਕਦੋਂ ਪਰਤੇ ਕਦੋਂ ਪਰਤੇ। ਪਰਤ ਆਇਆ, ਜਦੋਂ ਲਾਗੀ ਪਰਤਿਆ ਤੇ ਨਾਨੀ ਦੇਖ ਕੇ ਬੜੀ ਹੈਰਾਨ ਹੋਈ, ਕਿਉਂ? ਲਾਗੀ ਆਇਆ ਤੇ ਲਾਗੀ ਨੇ ਲਿਆ ਕੇ ਇਸ ਤਰੀਕੇ ਨਾਲ ਵੱਡੀ ਸਾਰੀ ਗਠੜੀ ਕੋਲ ਰੱਖ ਦਿੱਤੀ। ਕਹਿਣ ਲੱਗਾ, ਮਾਈ ਬੜਿਆਂ ਲੋਕਾਂ ਦੇ ਰਿਸ਼ਤੇਦਾਰ ਦੇਖੇ ਨੇ, ਪਰ ਤੇਰੇ ਕੁੜਮਾਂ ਨੂੰ ਵੇਖ ਕੇ ਰੱਬ ਚੇਤੇ ਆ ਗਿਆ। ਕਹਿੰਦੇ ਕੀ ਹੋਇਆ? ਉਹਨੇ ਗਠੜੀ ਖੋਲ੍ਹੀ। ਕਹਿਣ ਲੱਗੇ, ਲੋਕੀ ਆਪਣੇ ਪੋਤਰੇ ਹੋਏ ਨੂੰ ਐਵੇਂ ਜਿਹੜਾ ਹੈਗਾ ਉਵੇਂ ਮੈਨੂੰ ਕਿਸੇ ਨੇ ਉਸ ਰੂਪ ਦੇ ਮਾਣ ਸਨਮਾਨ ਨਹੀਂ ਕੀਤਾ ਹੋਣਾ। ਉਸ ਬੀਬੀ ਨੇ ਆਹ ਖੇਸ ਦਿੱਤਾ ਹੀ ਮੈਨੂੰ, ਉਸ ਬੀਬੀ ਨੇ ਆਹ ਗੁੜ ਦਿੱਤਾ ਹੀ ਮੈਨੂੰ, ਉਸ ਬੀਬੀ ਨੇ ਆਹ ਮੈਨੂੰ ਸ਼ਗਨ ਪਾਇਆ ਹੀ। ਨਾਨੀ ਦਾ ਦਿਲ ਠਹਿਰ ਗਿਆ, ਸ਼ੁਕਰ ਆ ਆਖਰਕਾਰ ਜਿਹੜਾ ਡਰ ਸੀਗਾ ਲੈ ਗਿਆ। ਕਿਹਾ ਚਲੋ ਇਹ ਤੇ ਹੈ ਲਾਗੀ, ਪਰ ਧੀ ਨੂੰ ਲਿਜਾਣ ਬਾਰੇ ਕੀ ਕਿਹਾ? ਕਹਿੰਦੇ ਉਹਨੇ ਸਾਰਾ ਪੁੱਛ ਲਿਆ ਵੀ ਕਿੱਦਣ ਬੇਟੀ ਹੋਈ ਤੇ ਕੀ ਸਾਰਾ, ਤੇ ਪ੍ਰਸੂਤ ਦੇ ਦਿਨਾਂ ਦਾ ਪੂਰਾ ਹਿਸਾਬ ਕਿਤਾਬ ਲਾ ਕੇ ਉਹ ਕਹਿੰਦੀ ਜਾ ਕੇ ਚੰਗਣਾ ਨੂੰ ਕਹਿ ਦੀ ਕਿ ਅਸੀਂ ਆਪਣੀ ਪੋਤੀ ਤੇ ਨੂੰਹ ਨੂੰ ਲੈਣ ਵਾਸਤੇ ਮੁੰਡਾ ਮੈਂ ਬਸ ਜਿੱਦਣ ਪ੍ਰਸੂਤ ਪੂਰਾ ਹੋ ਗਿਆ ਉਦਣ ਹੀ ਭੇਜ ਦੇਣਾ। ਨਾਨੀ ਦਾ ਦਿਲ ਠਰ ਗਿਆ, ਸ਼ੁਕਰ ਆ। ਖੈਰ ਬਾਬਾ ਕਾਲੂ ਜੀ ਗਏ। ਬਾਬਾ ਕਾਲੂ ਜੀ ਜਗਤ ਮਾਤਾ ਤ੍ਰਿਪਤਾ ਤੇ ਪਲੇਠੇ ਬੱਚੇ ਨੂੰ ਨਾਲ ਲੈ ਕੇ ਵਾਪਸ ਪਰਤੇ ਤਲਵੰਡੀ ਗਿਰਾਂ ਆਪਣੇ ਘਰੇ। ਬੀਬੀ ਬਨਾਰਸੀ ਦੇਵੀ ਉਹ ਘਰੇ ਉਡੀਕ ਰਹੀ ਸੀਗੀ। ਪਤਾ ਲੱਗਾ ਮੇਰਾ ਪੁੱਤ ਨੂੰਹ ਨੂੰ ਲੈ ਕੇ ਆ ਗਿਆ ਹੈ, ਨਵ ਜਨਮੀ ਬੱਚੀ ਵੀ ਨਾਲ ਆਈ ਹੈ। ਦਹਲੀਜ਼ ਤੋਂ ਅੰਦਰ ਪੈਰ ਰੱਖਣ ਲੱਗੇ, ਬੀਬੀ ਬਨਾਰਸੀ ਦੇਵੀ ਨੇ ਵਿਹੜੇ 'ਚੋਂ ਆਵਾਜ਼ ਮਾਰੀ, ਪੁੱਤ ਇੱਕ ਪਲ ਰੁਕ। ਤੇਲ ਲੈ ਕੇ ਆਏ, ਤੇਲ ਚੋਇਆ। ਜਿਹੜੇ ਸ਼ਗਨ ਹੁੰਦੇ ਸਾਡੇ ਆਮ ਕਰਕੇ, ਸਾਨੂੰ ਦੇਖਿਆ ਬਾਬਾ ਜੀ ਨੇ ਸਭ ਚੀਜ਼ਾਂ ਤੋਂ ਆਜ਼ਾਦ ਕਰਵਾਇਆ ਉਸ ਰੂਪ ਦੇ ਵਿੱਚ। ਅੰਦਰ ਆਈ, ਆਉਂਦਿਆਂ ਨਾਲ ਆਪਣੀ ਨੂੰਹ ਦੀ ਜਿਹੜੀ ਝੋਲੀ ਦੇ ਵਿੱਚੋਂ ਉਸ ਨਵ ਜਨਮੀ ਬੱਚੀ ਨੂੰ ਆਪਣੇ ਆਗੋਸ਼ 'ਚ ਲਿਆ, ਮੱਥਾ ਚੁੰਮਿਆ, ਜੀ ਆਇਆਂ ਕੀਤਾ ਉਸਨੇ ਆਪਣੇ ਘਰ ਦੇ ਵਿੱਚ। ਬੜੇ ਸਨੇਹ ਨਾਲ ਨਿਹਾਰਿਆ ਤੇ ਨਿਹਾਰਦਿਆਂ ਹੋਇਆਂ ਬਾਬਾ ਕਾਲੂ ਜੀ ਨੂੰ ਪੁੱਛਦੇ, ਕਹਿਣ ਲੱਗੇ ਅੱਛਾ ਦੱਸੋ ਤੇ ਸਹੀ, ਮੇਰੀ ਪੋਤਰੀ ਦਾ ਨਾਨਕਿਆਂ ਨੇ ਨਾਂ ਕੀ ਰੱਖਿਆ ਆ? ਜਦੋਂ ਇਹ ਗੱਲ ਕਹੀ ਨਾ ਤੇ ਬਾਬਾ ਕਾਲੂ ਜੀ ਕਹਿੰਦੇ ਮੈਂ ਪੁੱਛਿਆ ਸੀਗਾ ਵੀ ਸਾਡੀ ਧੀ ਦਾ ਨਾਂ ਕੀ ਰੱਖਿਆ ਤੁਸੀਂ ਇਸ ਧਿਆਨ ਦਾ? ਤੇ ਉਹ ਕਹਿਣ ਲੱਗੇ ਜੀ ਅਸੀਂ ਕੋਈ ਨਾਂ ਨਹੀਂ ਰੱਖਿਆ। ਕਿਉਂ? ਕਿਉਂਕਿ ਸਾਡਾ ਹੱਕ ਹੀ ਨਹੀਂ ਨਾਂ ਰੱਖਣ ਦਾ। ਇਹ ਤੇ ਜੀ ਤੁਹਾਡੀ ਅਮਾਨਤ ਆ, ਤੁਸੀਂ ਨਾਂ ਰੱਖਣਾ ਆ। ਤੇ ਬੱਚੀ ਮਤਲਬ ਇਹ ਰਿਐਲਿਟੀ ਸਾਡੀ ਸੋਸਾਇਟੀ ਦੀ ਰਹੀ। ਐਵੇਂ ਨਹੀਂ ਆ ਕੇ ਮੁਗਲ ਕਾਬਜ ਹੋ ਗਏ, ਐਵੇਂ ਨਹੀਂ ਦੂਜੇ ਕਾਬਜ ਹੋ ਗਏ। ਜਿੱਦਣ ਇੱਥੇ ਪਰਿਵਾਰ ਮਜ਼ਬੂਤ ਹੁੰਦੇ ਨੇ, ਦੇਖੋ ਅਜੇ ਵੀ ਹੈ, ਅਸੀਂ ਮਤਲਬ ਆਪਸ ਦੇ ਜਦੋਂ ਰਿਸ਼ਤੇਦਾਰੀਆਂ ਬਣਦੀਆਂ, ਇੱਕ ਦੂਜੇ ਨੂੰ ਨੀਵਾਂ ਵਿਖਾਉਣ 'ਤੇ ਜ਼ੋਰ ਲਾ ਦਿੰਦੇ ਆ ਸਾਰੀ ਉਮਰ। ਇਹਨਾਂ ਦੀ ਸਾਡੇ ਵੱਲ ਕੁੜੀ ਵਿਆਹੀ, ਅਸੀਂ ਤਗੜੇ ਆ, ਇਹਨਾਂ ਨੂੰ ਅਸੀਂ ਛਿੱਤਰ ਥੱਲੇ ਰੱਖਣਾ, ਆਹੀ ਕਰਦਿਆਂ ਸਾਰੀ એનર્ਜੀ ਲੰਘ ਜਾਂਦੀ। ਦਵਾਈ ਰੱਬ ਦੀ, ਆਪਣੇ ਆਪ ਨੂੰ ਉਸਾਰੀ ਕਰੋ। ਤੁਸੀਂ ਦੇਖੋ ਗੁਰੂ ਸਾਹਿਬ ਨੇ ਰਿਸ਼ਤੇ ਕਿਵੇਂ ਨਿਭਾਏ, ਕਿਵੇਂ ਉਸ ਰੂਪ ਵਿੱਚ ਅੱਗੇ ਲੈ ਕੇ ਆਏ। ਤਾਂ ਪਰਿਵਾਰ ਤਰੱਕੀਆਂ ਕਰਦੇ ਨੇ। ਤਾਂ ਵੈਲਿਊ ਬੇਸ ਸਿਸਟਮ ਦੇ ਉੱਤੇ ਇੱਜ਼ਤ ਦਿਓ, ਇੱਜ਼ਤ ਲਵੋ, ਮਾਣ ਸਤਿਕਾਰ ਕਰੋ, ਵਿਹਾਰਕ ਰੂਪ ਦੇ 'ਚ ਇੱਕ ਦੂਜੇ ਨਾਲ ਵਰਤੋ। ਆਹ ਸਮਾਜ ਐਵੇਂ ਚੱਲਦਾ। ਜੇ ਸਮਾਜਾਂ ਨੂੰ ਐਵੇਂ ਨਹੀਂ ਉਸਾਰਾਂਗੇ, ਕੋਈ ਲੋਕ ਕਹਿੰਦੇ ਪਤਾ ਨਹੀਂ ਕੀ ਰੱਬ ਦਾ ਪ੍ਰਕੋਪ, ਕੋਈ ਬਈ ਕਿਸੇ ਦਾ ਕੋਈ ਪ੍ਰਕੋਪ ਨਹੀਂਗਾ। ਇਹ ਸਾਡਾ ਵਿਹਾਰ ਹੀ ਹੈ ਜੋ ਸਾਡੇ ਵਿੱਚੋਂ ਰਿਫਲੈਕਟ ਕਰਦਾ ਮੁੜ ਕੇ ਬਾਅਦ ਦੇ ਅੰਦਰ। ਨਾ ਮਾਤਰ ਬੇਨਤੀ ਕਰ ਰਹੇ ਹਾਂ, ਬਸ ਫਿਰ ਬਚਨ ਤੇ ਵਾਪਸ ਇੱਥੇ ਇਤਿਹਾਸ ਤੇ ਆ ਰਿਹਾ। ਹੋਇਆ ਇਹ, ਬੀਬੀ ਬਨਾਰਸੀ ਦੇਵੀ ਕਹਿਣ ਲੱਗੀ ਗੱਲ ਠੀਕ ਹੈ, ਚਲੋ ਮੰਨ ਲਿਆ ਵੀ ਉਹਨਾਂ ਨੇ ਕੋਈ ਨਾਮਕਰਨ ਨਹੀਂ ਰੱਖਿਆ, ਨਾਮ ਨਹੀਂ ਕੀਤਾ, ਪਰ ਆਪਣੇ ਬੱਚੇ ਨੂੰ ਪੁੱਛਦੀ, ਬੇਟਾ ਕਾਲੂ ਕੁਝ ਕਹਿ ਕੇ ਮੇਰੀ ਪੋਤੀ ਨੂੰ ਬੁਲਾਉਂਦੇ ਤੇ ਹੋਣਗੇ? ਆਵਾਜ਼ ਇੰਨੇ ਦਿਨ ਰਹੀ ਹੈ ਮੇਰੀ ਪੋਤੀ, ਕੁਛ ਤੇ ਆਵਾਜ਼ਾਂ ਦਿੰਦੇ ਹੀ ਹੋਣਗੇ। ਕਹਿਣ ਲੱਗੇ ਨਹੀਂ ਮੈਂ ਸੁਣਿਆ ਸੀਗਾ, ਇੱਕ ਦੋ ਜਣਿਆਂ ਨੇ ਆਵਾਜ਼ ਦਿੱਤੀ ਸੀ, ਇਹ ਜੀ ਨਾਨਕਿਆਂ ਦੀ ਜਾਈ ਹੈ, ਕਿਉਂਕਿ ਨਾਨਕਿਆਂ ਘਰ ਜਨਮੀ ਹੈ। ਤੇ ਬੀਬੀ ਬਨਾਰਸੀ ਦੇਵੀ ਬਿਲਕੁਲ ਰੱਬ ਦੇ ਨਾਂ ਦੇ ਵਿੱਚ ਉਹਦਾ ਕਹਿ ਲਓ ਨਾਮ ਮਰਜ ਹੋ ਜਾਂਦਾ ਹੈ। ਉਹ ਰਾਈਟ ਵੇ ਕਹਿੰਦੀ, ਲੈ ਆਹ ਨਾਂ ਕਿਹੜਾ ਘੱਟ ਵਧੀਆ ਆ, ਅਸੀਂ ਵੀ ਇਹੀ ਬੁਲਾਵਾਂਗੇ, ਇਹ ਨਾਨਕਿਆਂ ਦੀ ਜਾਈ ਹੈ, ਇਹਦਾ ਨਾਂ ਹੀ ਅਸੀਂ ਨਾਨਕੀ ਰੱਖਾਂਗੇ। ਇੱਥੋਂ ਨਾਨਕੀ ਆਇਆ। ਇਹ ਹੈ ਨਵਾਂ ਵੈਲਿਊ ਸਿਸਟਮ ਜਿਹੜਾ ਹੈ ਉਹ ਆਮਦ ਲੈ ਰਿਹਾ ਹੈ। ਧਰਤੀ ਦੀ ਤਿਆਰੀ ਹੋ ਰਹੀ ਹੈ। ਪ੍ਰਕਾਸ਼ ਦੇ ਨੇੜੇ, ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਨੇੜੇ ਜਾ ਕੇ ਸਾਖੀ ਅੱਗੇ ਪਾਵਾਂਗੇ ਅਸੀਂ, ਪਰ ਨਾ ਮਾਤਰ ਬੇਨਤੀ ਕਰ ਰਹੇ ਹਾਂ। ਕਵੀ ਜੀ ਨੇ ਇੱਥੇ ਬਾਤ ਲਿਖੀ ਕਿ ਉਹ ਜਿਹੜੀ ਹੈ ਸਾਧਵੀ ਗਰਭ ਧਰਨ ਪੁਨ ਕੀਨਾ ਜਨਮੀ ਤੰਨਿਆ ਸੁਮਤ ਪ੍ਰਬੀਨਾ। ਉਸ ਘਰ ਦੇ ਵਿੱਚ ਇੱਕ
ਕੰਨਿਆ ਨੇ ਜਨਮ ਲਿਆ, ਜਿਹੜੀ ਬੜੀ ਸਮੱਤਿਆ ਤੇ ਬੜੀ ਪ੍ਰਵੀਨ ਹੈ ਜੀ। ਹੈਮਗਿਰ ਮੈਨਾ ਕੇ ਘਰ ਮਾਹੀ, ਪਾਰਬਤੀ ਜਨਮੀ ਜਿਵ ਆਹੀ। ਕਵੀ ਜੀ ਨੇ ਇੱਕ ਬਿੰਬ ਦਿੱਤਾ ਹੈ ਇਤਿਹਾਸ ਦੇ ਵਿੱਚੋਂ, ਕਹਿੰਦੇ ਨੇ ਹਿਮਾਲਿਆ ਤੇ ਮੈਨਾ ਇਹ ਦੋਵੇਂ ਕਪਲ ਸੀਗੇ, ਇਹਨਾਂ ਦੇ ਦੋਨਾਂ ਦੇ ਵਿਆਹ ਦੇ ਵਿੱਚੋਂ ਜਨਮੀ ਜਿਹੜੀ ਇਸਤਰੀ ਉਹਦਾ ਨਾਮ ਪਾਰਬਤੀ ਰੱਖਿਆ ਗਿਆ ਹੈ। ਪਾਰਬਤੀ ਦੇਵੀ ਜਿਹੜੀ ਹੈ, ਪਰਬਤ ਹਿਮਾਲੀਅਨ ਤੇ ਮੈਨਾ, ਇਹਨਾਂ ਦੋਨਾਂ ਨੇ ਕਵੀ ਜੀ ਨੇ, ਕਿਉਂ ਇਹ ਮੈਟਾਫੋਰਿਕ ਵੇ ਨਾਲ, ਇਹ 'ਚ ਮੈਂ ਬੀਤੇ 'ਚ ਵੀ ਬਾਤ ਕੀਤੀ ਸੀ, ਕਿਉਂਕਿ ਜਿਹੜੀ ਕਵੀ ਜੀ ਦੀ ਤਾਲੀਮ ਆ ਉਹ ਸਾਰੀ ਬ੍ਰਾਹਮਣੀ এনवायरमेंट 'ਚ ਹੋਈ ਹੈ, ਉਹਦੀ ਰੰਗਤ ਉਹਨਾਂ ਦੀ ਲਿਖਤ ਵਿੱਚੋਂ ਹੀ ਮਿਲ ਜਾਂਦੀ ਹੈ। ਦੂਸਰਾ, ਕਿਉਂਕਿ ਉਨੀ ਦੇਰ ਤੱਕ ਜਿਹੜਾ ਗੁਰਮਤ ਦਾ ਅਸਲ ਸਕੂਲ ਸੀਗਾ ਉਹ ਆਲਮੋਸਟ ਜਿਹੜਾ ਸੀਗਾ ਉਹ ਬੰਦ ਹੋ ਚੁੱਕਾ ਸੀਗਾ। ਇਹ ਤੇ ਮੁੜ ਕੇ ਫਿਰ ਦੁਬਾਰਾ ਚੀਜ਼ਾਂ ਰਿਵਾਈਵ ਕਰਦੀਆਂ। ਸੱਤ ਮਰਦਾ ਨੀਗਾ। ਕਦੀ ਆਪਾਂ ਕਦੀ ਗੁਰਬਾਣੀ ਦੇ ਅਰਥ ਭਾਵ ਨੂੰ ਪੜ੍ਹਨਾ ਹੋਏ ਨਾ, ਤੇ ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਾ ਕਿਤਾਬਚਾ ਛਪਿਆ ਹੋਇਆ, ਗੁਰਬਾਣੀ ਤੇ ਉਹਦੀਆਂ ਲਗਾ ਮਾਤਰਾਂ, ਪੜ੍ਹਨ ਵਾਲਾ ਕਿਤਾਬਚਾ ਹੈ ਇੰਨਾ ਕੁ, ਕਿ ਇਸ ਤਰੀਕੇ ਨਾਲ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਕਿਵੇਂ ਕੰਮ ਕੀਤਾ ਆਪਣੇ ਜ਼ਮਾਨੇ ਦੇ ਵਿੱਚ। ਜਾਂ ਤੁਸੀਂ ਕਦੀ ਪ੍ਰੋਫੈਸਰ ਸਾਹਿਬ ਸਿੰਘ ਦੀ ਇੱਕ ਉਹਨਾਂ ਦੀ ਚੀਜ਼ ਪੜ੍ਹੋ, ਕਿਉਂਕਿ ਉਹ ਬਿਲਕੁਲ ਗੈਰ ਸਿੱਖ ਪਰਿਵਾਰ ਵਿੱਚ ਵੱਡੇ ਹੋਏ, ਪਰਿਵਾਰ ਵਿੱਚ ਸਨਾਤਨੀ ਪ੍ਰੈਕਟਿਸ ਹੁੰਦੀ ਸੀ ਸਾਰੀ, ਤੇ ਉਹ ਸਿੱਖ ਬਣ ਗਏ। ਸਿੱਖ ਬਣ ਗਏ ਤੇ ਉਹਨਾਂ ਨੂੰ ਬੜਾ ਮਜ਼ਾਕ ਕਰਿਆ ਕਰਨਾ, ਜੋਕ ਕਰਿਆ ਕਰਨਾ, ਲੈ ਕਹਿੰਦੇ ਸਿੱਖ ਬਣ ਗਿਆ ਤੂੰ ਜੋਕ ਕਰਨੇ, ਕਹਿਣਾ ਲੈ ਇਹ ਆਪ ਸੰਸਕ੍ਰਿਤ ਦੇ ਪ੍ਰੋਫੈਸਰ ਸੀਗੇ, ਬੜੇ ਦਾਨਸ਼ਮੰਦ ਸੀ, ਲੈਂਗੁਇਸਟਿਕ ਪੱਖ ਤੋਂ ਬੜੇ ਹੁਸ਼ਿਆਰ ਸੀਗੇ। ਇਹਨਾਂ ਨੂੰ ਕਹਿਣਾ ਲੈ ਸਿੱਖਾਂ ਦੀ ਗੁਰਬਾਣੀ ਹੈ, ਇਹਦਾ ਤੇ ਕੋਈ ਵਾਲੀ ਵਾਰਸ ਨਹੀਂ ਹੈ, ਕੋਈ ਅਰਥ ਐਵੇਂ ਕਰ ਦਿੰਦਾ, ਕੋਈ ਐਵੇਂ ਕਰ ਦਿੰਦਾ, ਕੋਈ ਐਵੇਂ ਕਰਦਾ, ਇੱਕ ਇੱਕ ਪੰਕਤੀ ਦੇ ਚਾਰ ਚਾਰ ਅਰਥ ਕਰਦੇ ਨੇ। ਇਹਨੂੰ ਵਿਦਵਤਾ ਮੰਨਦੇ ਹੁੰਦੇ ਸੀ। ਆਪਾਂ ਉਸ ਦਿਨ ਸ਼ਬਦ ਪੜ੍ਹ ਰਹੇ ਸੀ ਨਾ, ਗਈ ਬਹੌੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਇਹ ਕੱਲੀ ਪੰਕਤੀ ਦੇ ਜੇ ਤੁਸੀਂ ਪੁਰਾਣੇ ਸੰਪਰਦਾਇ ਰੂਪ ਵਿੱਚ ਅਰਥ ਦੇਖੋ ਨਾ, ਤੇ ਉਹਨਾਂ ਤਿੰਨ ਚਾਰ ਅਰਥ ਕਰ ਦਿੱਤੇ। ਇੱਕ ਅਰਥ ਕਰਤਾ ਗਈ ਬਹੌੜ, ਵੀ ਹੇ ਵਾਹਿਗੁਰੂ ਜੀ ਮੇਰੀ ਉਮਰ ਚਲੀ ਗਈ, ਬਹੌੜ ਛੇਤੀ ਵਾਪਸੀ ਕਰ, ਨਹੀਂ ਤੇ ਮੈਂ ਤੁਰ ਜਾਣਾ, ਫਿਰ ਕੀ ਬਣੇਗਾ। ਹੇ ਨਿਰੰਕਾਰ ਦੁੱਖਾਂ ਦੇ ਦਾਰੂ, ਮੈਨੂੰ ਇਸ ਰੂਪ ਵਿੱਚ ਬਚਾ ਲੈ। ਦੂਸਰਾ ਗਈ ਬਹੌੜ, ਜੋ ਮੈਂ ਗਵਾ ਲਿਆ ਉਹ ਮੈਨੂੰ ਬੌੜੀ ਕਰ ਵਾਪਸ ਦੇ ਮੈਨੂੰ। ਇਸ ਮਤਲਬ ਅਰਥਾਂ ਦੇ ਅਰਥ ਕਰੀ ਜਾਣੇ। ਉਹ ਕਹਿੰਦੇ ਮੈਨੂੰ ਉਹਨਾਂ ਮਜ਼ਾਕ ਕਰਨਾ ਪਿਲਾ, ਇਹ ਜਿਵੇਂ ਮਰਜ਼ੀ ਜਿਹਨੂੰ ਜਿਸ ਪਾਸੇ ਨੂੰ ਮਰਜ਼ੀ ਪੰਕਤੀ ਫੜ ਕੇ ਕੰਨੋਂ ਫੜ ਕੇ ਲਾ ਲੈਣ। ਕਹਿੰਦੇ ਮੈਨੂੰ ਲੱਗਣਾ ਐਵੇਂ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਬਾਣੀ ਬਖਸ਼ੀ ਹੈ, ਕਿਸੇ ਵੱਡੇ ਹੁਕਮ ਵਿੱਚ ਬਖਸ਼ੀ ਹੈ। ਕਹਿੰਦੇ ਹੋਇਆ ਕਿ ਮੈਂ ਹਮੇਸ਼ਾ ਸੋਚਣਾ ਸ਼ਬਦ ਗੁਰੂ ਹੈ, ਸ਼ਬਦ ਸਾਡੇ ਸ਼ਬਦ ਦੇ ਲੜ ਲਾਇਆ ਹੈ। ਆਖਰਕਾਰ ਕਰਦਿਆਂ ਕਹਿੰਦੇ ਇੱਕ ਦਿਨ ਨਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਲ ਤੇ ਬੈਠਾ। ਅਖੰਡ ਪਾਠ ਸਾਹਿਬ ਜਦੋਂ ਚੱਲਦਾ, ਅੱਜ ਕੱਲ੍ਹ ਹੁੰਦਾ 2 ਘੰਟੇ ਤੋਂ ਉਦੋਂ 2.5 ਘੰਟੇ ਦੀ ਰੋਲ ਹੁੰਦੀ ਸੀ। ਕਹਿੰਦੇ ਮੈਂ ਰੋਲ ਤੇ ਬੈਠਾ, ਤੇ ਰੋਲ ਤੇ ਬੈਠਿਆਂ ਮੈਂ ਬਾਣੀ ਪੜ੍ਹਦਾ, ਤੇ ਮੇਰੇ ਸਾਹਮਣੇ ਸ਼ਬਦ ਆਇਆ। ਪਹਿਲਾ ਸ਼ਬਦ ਆਇਆ ਸੱਸਾ ਬੱਬਾ ਦੱਦਾ, ਦੱਦੇ ਨੂੰ ਸਿਹਾਰੀ। ਦੂਸਰਾ ਸ਼ਬਦ ਆਇਆ ਸੱਸਾ ਬੱਬਾ ਦੱਦਾ, ਦੱਦੇ ਦੇ ਪੈਰ 'ਚ ਔਂਕੜ। ਤੀਸਰਾ ਸ਼ਬਦ ਆਇਆ ਸੱਸਾ ਬੱਬਾ ਦੱਦਾ, ਦੱਦੇ ਨੂੰ ਕੋਈ ਮਾਤਰਾ ਨਹੀਂ। ਮੈਂ ਕਿਹਾ ਗੱਲ ਬਣ ਗਈ। ਇੱਥੇ ਹੀ ਘੁੰਡੀ ਪਈ ਹੈ, ਕਿਉਂਕਿ ਇਹਦੇ ਵਿੱਚੋਂ ਹੀ ਕੁਝ ਇੱਥੋਂ ਜਿਹੜਾ ਗ੍ਰਾਮੈਟੀਕਲ ਸਟਰਕਚਰ ਹੈ ਗੁਰਬਾਣੀ ਦਾ, ਗੁਰਮਤਿ ਸਕੂਲ ਆਫ ਥਾਟ ਦਾ, ਉਹ ਰਿਵਾਈਵ ਹੋ ਗਿਆ। ਪਤਾ ਲੱਗਾ ਜਿਵੇਂ ਅਲਜਬਰਾ ਲਿਖਿਆ ਜਾਂਦਾ ਨਾ ਮੈਥਮੈਟਿਕਸ ਦੇ ਰੂਪ ਦੇ ਵਿੱਚ, ਸਾਰੀ ਗੁਰਬਾਣੀ ਐਵੇਂ ਮਾਤਰਾਈ ਪਰਿਪੇਖ 'ਚ ਲਿਖੀ ਗਈ ਸਾਰੀ ਦੀ ਸਾਰੀ। ਸੋ ਇਹ ਚੀਜ਼ਾਂ ਨੇ, ਕੁਦਰਤ ਆਪਣੇ ਦਸਤੂਰ 'ਚ ਆਪ ਚੱਲਦੀ ਹੈ। ਅਦਰਵਾਈਜ਼ ਇੱਕ ਵਾਰੀ ਤੇ ਜ਼ਮਾਨਾ ਆਇਆ ਕਿ ਬਿਲਕੁਲ ਗੁਰਮਤਿ ਸਕੂਲ, ਦੇਖੋ ਟਕਸਾਲਾਂ ਬਿਲਕੁਲ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਬਿਲਕੁਲ ਪੰਜਾਬ ਤੋਂ ਤਾਂ ਸਿੱਖ ਐਲੀਮੀਨੇਟ ਕਰਤਾ, ਬਿਲਕੁਲ ਇੱਥੇ ਖਾਤਮਾ ਹੀ ਕਰਤਾ। ਬਿਲਕੁਲ ਸੋਚਿਆ ਵੀ ਇੱਥੇ ਹੋਣਾ ਹੀ ਕੁਛ ਨਹੀਂ। ਫਿਰ ਹੌਲੀ ਹੌਲੀ ਤਾਲੀਮੀ ਵਿੱਦਿਆ ਵਾਪਸ ਆਈ, ਸਭ ਚੀਜ਼ਾਂ ਆਈਆਂ। ਪਰ ਹਾਂ, ਕਵੀ ਜੀ ਦੇ ਕੰਟਰੀਬਿਊਸ਼ਨ ਨੂੰ ਕਿਸੇ ਰੂਪ ਦੇ ਵਿੱਚ ਵੀ ਨਕਾਰਿਆ ਨਹੀਂ ਜਾ ਸਕਦਾ। ਉਸ ਜ਼ਮਾਨੇ ਦੇ ਵਿੱਚ ਕਵਿਤਾ ਦੇ ਵਿੱਚ ਇਤਿਹਾਸ ਲਿਖਣਾ, ਇਹ ਸਾਰੇ ਰੂਪ ਵਿੱਚ ਕੋਈ ਛੋਟੀ ਬਾਤ ਨਹੀਂ। ਪਰ ਜਿਹੜੀ ਮਿਸਾਲ ਦਿੱਤੀ ਇਹਨਾਂ ਨੇ, ਹਿਮਗਿਰ ਮੈਨਾ ਕੇ ਕਰ ਮਾਹੀ, ਪਾਰਬਤੀ ਜਨਮੀ ਜਿਵ ਆਹੀ, ਜਿਵੇਂ ਹਿਮਾਲੀਅਨ ਅਤੇ ਮੈਨਾ ਦੇ ਗਰਭ, ਉਹਨਾਂ ਦੇ ਗ੍ਰਸਤ ਜੀਵਨ ਦੇ ਵਿੱਚ, ਦੰਪਤੀ ਜੀਵਨ ਵਿੱਚੋਂ ਜਿਵੇਂ ਪਾਰਬਤੀ ਦਾ ਜਨਮ ਹੋਇਆ ਸੀਗਾ, ਐਗਜ਼ੈਕਟਲੀ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਇਸ ਬੱਚੀ ਬੀਬੀ ਨਾਨਕੀ ਦਾ ਜਨਮ ਹੋਇਆ ਹੈ ਜੀ। ਭਈ ਸੁਸ਼ੀਲਾ ਸਭ ਗੁਣ ਖਾਨੀ, ਮਨਹੁ ਭਗਤ ਧਰ ਦੇ ਸੁਹਾਨੀ। ਇਹ ਬੱਚੀ ਬੜੀ ਸੁਸ਼ੀਲ ਹੈ, ਸਭ ਗੁਣਾਂ ਦੀ ਖਾਨ ਹੈ, ਮਨੋ ਭਗਤ ਧਰ ਦੇ ਸੁਹਾਨੀ। ਇੱਦਾਂ ਹੀ ਜਿਵੇਂ ਜਿਵੇਂ ਵੱਡੀ ਹੋ ਰਹੀ ਹੈ, ਇਹਦੀ ਖੂਬਸੂਰਤੀ ਜਿਹੜੀ ਹੈ ਸਰੀਰਕ ਤੌਰ ਤੇ ਇਹਦੇ ਗੁਣਾਂ ਦੇ ਰੂਪ ਦੇ ਵਿੱਚ ਉਵੇਂ ਹੀ ਰਿਫਲੈਕਟ ਹੋ ਰਹੀ ਹੈ। ਇੱਕ ਛੋਟੀ ਜਿਹੀ ਬਾਤ ਕਹਿ ਕੇ ਵਾਈਂਡ ਅਪ ਕਰ ਦੇਣਾ, ਸਮਾਂ ਹੋ ਗਿਆ ਆਲਮੋਸਟ। ਉਹਦੇ 'ਚ ਇਹ ਹੈ
ਜਿਹੜਾ ਇਹ ਵਿਹੜਾ ਆ ਬਾਬਾ ਸ਼ਿਵਰਾਮ ਦਾ, ਬੀਬੀ ਬਨਾਰਸੀ ਦੇਵੀ ਦਾ, ਇਹਦੀ ਆਈਡੈਂਟੀਟੀ ਬੇਬੇ ਨਾਨਕੀ ਦੀ ਜਨਮ ਤੋਂ ਬਾਅਦ ਬਦਲ ਜਾਂਦੀ ਹੈ। ਕੱਲ ਤੱਕ ਇਹ ਪਰਿਵਾਰ ਸੀਗਾ ਬਾਬਾ ਸ਼ਿਵਰਾਮ ਦਾ, ਬੇਦੀਆਂ ਦਾ ਘਰ, ਫਿਰ ਬਾਬਾ ਕਾਲੂ ਦਾ ਘਰ, ਚਾਚੇ ਲਾਲੂ ਦਾ ਘਰ, ਫਿਰ ਲੋਕਾਂ ਕਹਿਣਾ ਵੀ ਇਹ ਪਟਵਾਰੀਆਂ ਦਾ ਘਰ ਹੈ, ਇਸ ਘਰ ਨੂੰ ਇਹਨਾਂ ਨਾਵਾਂ ਨਾਲ ਬੁਲਾਉਣਾ। ਜਦੋਂ ਬੇਬੇ ਨਾਨਕੀ ਇੱਥੇ ਉਹਨਾਂ ਦਾ ਜਨਮ ਹੋ ਗਿਆ, ਸਾਰੇ ਤਲਵੰਡੀ ਘਰ ਪਿੰਡ ਦੇ ਵਿੱਚ ਜਦੋਂ ਇਸ ਘਰ ਦੀ ਗੱਲ ਹੁੰਦੀ ਤੇ ਪਤਾ ਕਿਹੜੀ ਗੱਲ ਹੁੰਦੀ? ਨਾਨਕੀ ਦਾ ਘਰ। ਬਾਬਾ ਸ਼ਿਵਰਾਮ ਦੀ ਪਹਿਚਾਨ ਬਦਲ ਗਈ, ਨਾਨਕੀ ਦਾ ਦਾਦਾ। ਬਾਬਾ ਕਾਲੂ ਦੀ ਪਹਿਚਾਨ ਬਦਲ ਗਈ, ਨਾਨਕੀ ਦਾ ਪਿਤਾ, ਨਾਨਕੀ ਦਾ ਬਾਪੂ। ਮਾਂ ਤ੍ਰਿਪਤਾ ਦੀ ਪਹਿਚਾਨ ਬਦਲ ਗਈ, ਨਾਨਕੀ ਦੀ ਮਾਂ, ਨਾਨਕੀ ਦਾ ਘਰ, ਨਾਨਕੀ। ਸਭ ਇੱਥੋਂ ਹੀ ਫਿਰ ਨਾਨਕੀ ਦੇ ਵੀਰ ਦੀ ਆਮਦ ਹੋਣੀ ਹੈ। ਤੁਸੀਂ ਦੇਖੋ ਚੀਜ਼ਾਂ ਕਿਵੇਂ ਜਿਹੜੀਆਂ ਅਨਫੋਲਡ ਹੋ ਰਹੀਆਂ ਨੇ ਸਾਰੇ ਦੀਆਂ ਸਾਰੀਆਂ। ਸੋ ਇਹ ਹੈ ਗੁਰੂ ਮਹਾਰਾਜ ਦਾ ਇਤਿਹਾਸ, ਜਿਹਨੂੰ ਅਸੀਂ ਆਉਂਦੇ ਸਮੇਂ 'ਚ ਹੋਰ ਇਸ ਰੂਪ ਵਿੱਚ ਵਿਚਾਰਦੇ ਜਾਵਾਂਗੇ। ਅੱਜ ਵਾਸਤੇ ਦਿੱਤਾ ਹੋਇਆ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਿਤਾਰਨੀਆਂ। ਆਖਰੀ ਪੰਕਤੀਆਂ ਨੂੰ ਦੁਹਰਾਉਂਦੇ ਹੋਏ ਅਸੀਂ ਫਤਿਹ ਦੀ ਸਾਂਝ ਕਰਦੇ ਹਾਂ ਜੀ। ਹੈਮਗਿਰ ਮੈਨਾ ਕੇ ਘਰ ਮਾਹੀ, ਪਾਰਬਤੀ ਜਨਮੀ ਜਿਵ ਆਹੀ। ਭਈ ਸੁਸ਼ੀਲਾ ਸਭ ਗੁਣ ਖਾਨੀ, ਮਨਹੁ ਭਗਤ ਤਰ ਦੇਹ ਸੁਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।